Hello friends, Sat Sri Akal. Welcome to Race Academy Official. My name is Ajay Sidana and I welcome you all to this weekly current affair class या weekly GK class by Ajay Sidana. ਸੋ ਹੁਣ ਤਾਂ ਤੁਸੀਂ ਮੈਨੂੰ ਜਾਣਨ ਲੱਗ ਹੀ ਗਏ ਹੋਵੋਗੇ ਕਿਉਂਕਿ ਜਦੋਂ ਤੋਂ ਪੰਜਾਬ ਗਵਰਨਮੈਂਟ ਜੋਬ ਦੀਆਂ ਇਸ ਸਾਲ ਦੀਆਂ ਅਗਰ ਆਪਾਂ ਕਹੀਏ ਤਾਂ ਐਡਵਰਟਾਈਜ਼ਮੈਂਟਸ ਆਉਣੀਆਂ ਸ਼ੁਰੂ ਹੋਈਆਂ ਤਾਂ ਉਦੋਂ ਤੋਂ ਹੀ ਲਗਾਤਾਰ ਆਪਾਂ ਵੀਕਲੀ ਇਹ ਕਲਾਸ ਲਗਾ ਰਹੇ ਹਾਂ। ਡੇਲੀ ਕਲਾਸ ਆਪਣੀ ਐਪ ਤੇ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ, ਲੇਕਿਨ ਵੀਕਲੀ ਕਲਾਸ ਜਿਹੜੀ ਹੈ ਉਹ YouTube ਤੇ ਇੱਥੇ ਹਰ ਇੱਕ ਲਈ ਜੋ ਹੈ ਉਹ ਓਪਨ ਹੁੰਦੀ ਹੈ। ਸੋ ਤੁਹਾਡੇ ਸਾਰਿਆਂ ਦੀ ਡਿਮਾਂਡ ਦੇ ਉੱਪਰ ਆਪਾਂ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਮੌਕ ਟੈਸਟ। ਤੁਸੀਂ ਸਾਰਿਆਂ ਨੇ ਕਿਹਾ ਸੀਗਾ ਕਿ ਸਰ ਪਟਵਾਰੀ ਐਗਜ਼ਾਮ ਸ਼ੁਰੂ ਹੋ ਰਿਹਾ ਹੈ, ਸੋ ਪਟਵਾਰੀ ਦੇ ਮੌਕ ਟੈਸਟ ਜਿਹੜੇ ਹੈ ਉਹ ਓਪਨ ਪਲੇਟਫਾਰਮ ਤੇ ਅਗਰ ਆਪਾਂ ਕਰਵਾਈਏ ਤਾਂ ਜ਼ਿਆਦਾ ਵਧੀਆ ਹੋਏਗਾ। ਸੋ ਪਿਛਲੇ ਹਫਤੇ ਆਪਾਂ ਕਰੰਟ ਅਫੇਅਰ ਦਾ ਮੌਕ ਟੈਸਟ 1 ਕੀਤਾ ਸੀ। ਮੈਨੂੰ ਕਾਫੀ ਸਾਰੇ ਜਿਹੜੇ ਹੈ ਟੈਲੀਗ੍ਰਾਮ ਤੇ ਮੈਸੇजेस ਵੀ ਆਏ, ਤੁਸੀਂ ਸਾਰਾ ਆਪਦਾ ਜਿਹੜਾ ਸਕੋਰ ਹੈ ਉਹ ਸ਼ੇਅਰ ਕੀਤਾ, ਅੱਛੀ ਗੱਲ ਹੈ। ਸੋ ਹੁਣ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਕਰ ਰਹੇ ਹਾਂ ਮੌਕ ਟੈਸਟ 2। ਸੋ ਇਹ ਐਜ਼ ਪਰ ਐਗਜ਼ਾਮ ਸਟੈਂਡਰਡ ਜਿਸ ਤਰ੍ਹਾਂ ਦੇ ਕੁਐਸਚਨਸ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਕਰੰਟ ਅਫੇਅਰ ਨਾਲ ਰਿਲੇਟਡ ਬਣ ਸਕਦੇ ਹੈ, ਉਹਨਾਂ ਦਾ ਇੱਕ ਕਲੈਕਸ਼ਨ ਹੁੰਦਾ ਹੈ। ਜਿਹੜੇ ਪਿਛਲੇ ਜ਼ਿਆਦਾ ਪੁਰਾਣੇ ਕਰੰਟ ਅਫੇਅਰ ਦੇ ਕੁਐਸਚਨ ਨਹੀਂ ਹੁੰਦੇ, ਪਿਛਲੇ 15-20 ਦਿਨਾਂ ਦੇ ਵਿੱਚ ਜੋ ਕੁਝ ਹੋਇਆ ਹੈ ਜਾਂ ਈਵਨ ਆਪਾਂ ਇਹ ਕਹਿ ਲਈਏ ਕਿ 10 ਤੋਂ 15 ਦਿਨਾਂ ਦੇ ਵਿੱਚ ਜੋ ਕੁਝ ਹੋਇਆ ਹੈ, ਉਹਨਾਂ ਦੇ ਮੇਨਲੀ ਇਹ ਕੁਐਸਚਨ ਜਿਹੜੇ ਹੈ ਇਹ ਤੁਹਾਡੇ ਸਾਹਮਣੇ ਹਰ ਵੀਕ ਆਪਾਂ ਕਰ ਰਹੇ ਹਾਂ। ਲਾਸਟ ਵੀਕ ਆਪਾਂ ਮੌਕ ਟੈਸਟ 1 ਕੀਤਾ ਸੀਗਾ, ਹੁਣ ਆਪਾਂ ਮੌਕ ਟੈਸਟ 1 ਕੀਤਾ ਸੀ, ਹੁਣ ਆਪਾਂ ਮੌਕ ਟੈਸਟ 2 ਕਰ ਰਹੇ ਹਾਂ। ਤੇ ਮੇਰੀ ਇਹ ਜੋ ਹੈ ਕੋਸ਼ਿਸ਼ ਹੈ ਕਿ ਐਗਜ਼ਾਮ ਤੱਕ ਆਂਦੇ ਆਂਦੇ ਮੈਂ ਤੁਹਾਨੂੰ 1000 ਦੇ ਕਰੀਬ ਜਿਹੜੇ ਕਰੰਟ ਅਫੇਅਰ ਦੇ ਕੁਐਸਚਨ ਹੈ ਉਹਨਾਂ ਨੂੰ ਕਰਵਾਉਣਾ ਚਾਹੁੰਦਾ। 1000 ਤੁਸੀਂ ਅਗਰ ਇਹ ਦੇਖੋਗੇ ਕਿ ਸਰ 40 ਕੁਐਸਚਨਸ ਹੈ ਅੱਜ ਦੇ ਲੈਕਚਰ ਦੇ ਵਿੱਚ ਤਾਂ ਹੋ ਰਿਹਾ, ਲੇਕਿਨ ਜਦੋਂ ਆਪਾਂ ਆਪਸ਼ਨਸ ਦੇ ਨਾਲ ਵੀ ਮੈਂ ਤੁਹਾਨੂੰ ਕੁਐਸਚਨ ਪੁੱਛੂੰਗਾ ਤਾਂ ਕਾਫੀ ਸਾਰੇ ਕੁਐਸਚਨ ਜਿਹੜੇ ਹੈ ਉਹ ਇੱਕ ਲੈਕਚਰ ਦੇ ਵਿੱਚ ਬਣ ਜਾਂਦੇ ਹੈ, ਠੀਕ ਹੈ ਜੀ। ਬਟ ਮੇਰੀ ਛੋਟੀ ਜੀ ਕੰਡੀਸ਼ਨ ਤਾਂ ਚਲੋ ਨਹੀਂ ਕਹਿ ਸਕਦੇ, ਲੇਕਿਨ ਛੋਟੀ ਜੀ ਰਿਕੁਐਸਟ ਇਹ ਹੈ ਕਿ ਤੁਸੀਂ ਕਲਾਸ ਨੂੰ ਪ੍ਰੋਪਰਲੀ ਸ਼ੇਅਰ ਤੇ ਲਾਈਕ ਕਰੋ। ਮੀਨਸ ਆਪਣੇ ਜਿਹੜੇ ਫਰੈਂਡਸ ਹੈ ਜੋ ਤਿਆਰੀ ਕਰ ਰਹੇ ਹੈ ਉਹਨਾਂ ਨਾਲ ਜਿਹੜਾ ਲਿੰਕ ਹੈ ਉਹ ਸ਼ੇਅਰ ਜ਼ਰੂਰ ਕਰੋ। ਸਿਰਫ ਇੰਨੀ ਕਿ ਜਿਹੜੀ ਰਿਕੁਐਸਟ ਹੈ ਉਹ ਤੁਹਾਡੇ ਅੱਗੇ ਹੈਗੀ ਹੈ, ਹੋਰ ਨਥਿੰਗ ਐਲਸ। ਆਪਾਂ ਲਗਾਤਾਰ ਜਿਹੜੀ ਇਹ ਕਲਾਸ ਹੈ ਇਹਨੂੰ ਜਾਰੀ ਰੱਖਾਂਗੇ ਤੇ ਵੱਧ ਤੋਂ ਵੱਧ ਜਿਹੜੇ MCQ ਹੈ ਤੇ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਹੈ ਉਹ ਐਗਜ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਉਸ ਤੋਂ ਬਾਅਦ ਡਿਫਰੈਂਟ ਐਗਜ਼ਾਮਸ ਜਿਹੜੇ ਬਾਕੀ ਹੋਣੇ ਆ, ਚਾਹੇ PSPCL ਹੋਵੇ, PSTCL ਹੋਵੇ, ਉਹਨਾਂ ਬਾਰੇ ਵੀ ਜਿਹੜੇ ਹੈ ਆਪਾਂ ਮੌਕ ਟੈਸਟ ਸ਼ੁਰੂ ਕਰ ਦਾਂਗੇ। ਚਲੋ ਫਿਰ ਦੋਸਤੋ ਸਟਾਰਟ ਕਰਦੇ ਹਾਂ ਕਰੰਟ ਅਫੇਅਰਸ ਮੌਕ ਟੈਸਟ 2 ਫॉर ਅਪਕਮਿੰਗ ਪੰਜਾਬ ਪਟਵਾਰੀ ਐਗਜ਼ਾਮ। ਸੋ ਰੂਲਸ ਤੁਹਾਨੂੰ ਪਿਛਲੀ ਵਾਰੀ ਮੈਂ ਦੱਸ ਹੀ ਦਿੱਤੇ ਸੀਗੇ, ਅੱਜ ਦੇ ਵੀ ਰੂਲ ਆਲਮੋਸਟ ਸਿਮਿਲਰ ਹੈਗੇ ਆ। ਅੱਜ ਆਪਾਂ ਕਰ ਰਹੇ ਹਾਂ ਮੌਕ ਟੈਸਟ 2। ਸੋ ਅੱਜ ਦੇ ਲੈਕਚਰ ਦੇ ਵਿੱਚ 40 ਕੁਐਸਚਨਸ ਹੋਣਗੇ, 40 ਕੁਐਸਚਨਸ ਆਫ ਦੀ ਕਰੰਟ ਅਫੇਅਰਸ। ਉਹ ਸਿਰਫ ਕਰੰਟ ਅਫੇਅਰ ਨਹੀਂ, ਉਹਨਾਂ ਨਾਲ ਰਿਲੇਟ ਕਰਦੀ ਕੋਈ ਸਟੈਟਿਕ ਜੀਕੇ, ਜਿੱਦਾਂ ਐਗਜ਼ਾਮ ਦੇ ਵਿੱਚ ਜਨਰਲ ਅਵੇਅਰਨੈਸ ਦੇ ਕੁਐਸਚਨ ਪੁੱਛੇ ਜਾਂਦੇ ਆ ਉਦਾਂ ਦੇ ਕੁਐਸਚਨ ਜਿਹੜੇ ਹੈ ਉਹ ਫਰੇਮ ਕੀਤੇ ਹੋਏ ਆ। ਸੋ ਤੁਸੀਂ ਦੇਖੋਗੇ, ਤੁਸੀਂ ਆਪਦੀ ਤਿਆਰੀ ਜੱਜ ਕਰ ਸਕਦੇ ਹੋ। ਜਿਨ੍ਹਾਂ ਨੇ ਆਲਰੇਡੀ ਜਿਹੜੀ ਹੈ ਉਹ ਤਿਆਰੀ ਮੇਰੇ ਨਾਲ ਕਰ ਰਹੇ ਆ ਜਾਂ ਤਿਆਰੀ ਉਹਨਾਂ ਨੇ ਆਲਰੇਡੀ ਕਰ ਰੱਖੀ ਹੈ ਤਾਂ ਉਹ ਆਪਦੀ ਤਿਆਰੀ ਨੂੰ ਜੱਜ ਕਰ ਸਕਦੇ ਆ ਵਿਦ ਦੀ ਹੈਲਪ ਆਫ ਦਿਸ ਮੌਕ ਟੈਸਟ। ਸੋ 40 ਮਿੰਟਸ ਦਾ ਹੀ ਟਾਈਮ ਲਵਾਂਗੇ। ਜਦੋਂ ਕੁਐਸਚਨ ਸ਼ੁਰੂ ਹੋਏਗਾ, ਕੁਐਸਚਨ ਸ਼ੁਰੂ ਹੋਣ ਤੋਂ ਲਾਸਟ ਕੁਐਸਚਨ ਤੱਕ ਆਪਾਂ ਕੋਸ਼ਿਸ਼ ਕਰਾਂਗੇ ਕਿ 40-45 ਮਿੰਟ ਦੇ ਵਿੱਚ ਸਾਰੇ ਦੇ ਸਾਰੇ ਕੁਐਸਚਨ ਆਪਾਂ ਖਤਮ ਕਰ ਦਈਏ। ਥੋੜਾ ਜਿਹਾ ਟਾਈਮ ਜ਼ਿਆਦਾ ਤਾਂ ਲੱਗ ਸਕਦਾ ਹੈ ਕੁਐਸਚਨ ਦੇ ਉੱਪਰ ਕਿਉਂਕਿ ਮੈਂ ਕੁਐਸਚਨ ਦੀ ਡਿਟੇਲ ਵੀ ਤੁਹਾਨੂੰ ਥੋੜੀ ਜਿਹੀ ਦੱਸੂਗਾ। ਸਿਰਫ ਮੇਰਾ ਕੋਈ ਪਰਪਸ ਇੱਥੇ ਤੁਹਾਨੂੰ ਜੱਜ ਕਰਨਾ ਨਹੀਂ ਹੈ ਕਿ ਮੈਂ ਸਿਰਫ ਜੱਜ ਕਰੂੰਗਾ ਤੇ ਚਲਾ ਜਾਊਂਗਾ, ਐਦਾਂ ਨਹੀਂ ਹੈ। ਮੈਂ ਤੁਹਾਨੂੰ ਉਸ ਕੁਐਸਚਨ ਦੀ ਡਿਟੇਲ ਵੀ ਡਿਸਕਸ ਕਰੂੰਗਾ ਤੇ ਥੋੜਾ ਜਿਹਾ ਇਹ ਵੀ ਡਿਸਕਸ ਕਰੂੰਗਾ ਕਿ ਇਹ ਕੁਐਸਚਨ ਕਿਸ ਨਿਊਜ਼ ਤੋਂ ਤੇ ਕਿਸ ਕਰਕੇ ਇਹ ਕੁਐਸਚਨ ਜਿਹੜਾ ਹੈ ਇਹ ਬਣਿਆ ਹੈ। ਤੁਸੀਂ ਕੁਐਸਚਨ ਨੂੰ ਅਟੈਂਪਟ ਕਰਨਾ ਹੈ, ਕੋਸ਼ਿਸ਼ ਕਰੋ ਕਿ ਪੇਪਰ ਤੇ ਕਰੋ, ਕਾਪੀ ਪੈਨ ਤੁਸੀਂ ਆਦੇ ਕੋਲੋਂ ਰੱਖੋ, ਕੁਐਸਚਨ ਨੰਬਰ ਲਿਖੋ, ਨਾਲ ਉਹਦਾ ਆਨਸਰ ਲਿਖੋ ਮੇਰੇ ਆਨਸਰ ਦੇਣ ਤੋਂ ਪਹਿਲਾਂ, ਓਕੇ ਹੈ। ਸੋ ਉਹਨੂੰ ਤੁਸੀਂ ਪ੍ਰੋਪਰ ਚੈੱਕ ਕਰੋ ਤੇ ਆਪਦਾ ਜਿਹੜਾ ਕਮੈਂਟ ਬਾਕਸ ਦੇ ਵਿੱਚ ਜੋ ਸਕੋਰ ਹੈ ਉਹ ਤੁਸੀਂ ਲਿਖ ਸਕਦੇ ਹੋ। ਨਹੀਂ ਤਾਂ ਲਾਸਟ ਟਾਈਮ ਤਰ੍ਹਾਂ ਤੁਸੀਂ ਮੈਨੂੰ ਇਹ ਮੇਰੀ ਟੈਲੀਗ੍ਰਾਮ ID ਤੇ ਵੀ ਜਿਹੜਾ ਹੈ ਉਹ ਸਕੋਰ ਭੇਜ ਸਕਦੇ ਹੋ। ਤੇ ਕੋਈ ਕਿਸੇ ਵੀ ਕਿਸਮ ਦਾ ਤੁਹਾਡਾ ਕੋਈ ਕੁਐਸਚਨ ਹੋਵੇ, ਕੋਈ ਤੁਹਾਨੂੰ ਹੈਲਪ ਚਾਹੀਦੀ ਹੈ, ਕੁਝ ਵੀ ਤੁਸੀਂ ਪੁੱਛਣਾ ਹੈ ਤਾਂ ਤੁਸੀਂ ਮੈਨੂੰ ਇਸ ਟੈਲੀਗ੍ਰਾਮ ID ਤੇ ਕੰਟੈਕਟ ਕਰ ਸਕਦੇ ਹੋ ਐਂਡ ਕੁਝ ਵੀ ਤੁਸੀਂ ਪੁੱਛ ਸਕਦੇ ਹੋ, ਠੀਕ ਹੈ ਜੀ। ਅਗਰ ਤੁਸੀਂ ਮੇਰੇ ਨਾਲ ਪੜ੍ਹਨਾ ਚਾਹੁੰਦੇ ਹੋ ਉਸ ਬਾਰੇ ਮੈਂ ਤੁਹਾਨੂੰ ਲਾਸਟ ਤੇ ਦੱਸੂਗਾ ਕਿ ਕਿਸ ਤਰ੍ਹਾਂ ਤੁਸੀਂ ਡੇਲੀ ਕਲਾਸ ਨੂੰ ਆਪਟ ਕਰ ਸਕਦੇ ਹੋ। ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਫਰੈਂਡਸ। ਜੋ ਹੈ ਮੌਕ ਟੈਸਟ ਸੈਕਿੰਡ, ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਆਏਗਾ। ਇਹ ਰਿਹਾ ਪਹਿਲਾ ਕੁਐਸਚਨ। United Nations has recently declared the year 2023 as the International Year of Millets on the request of which of the following country? A. Saudi Arabia, B. India, C. Sweden या D. USA। Means United Nation ਨੇ ਸਾਲ 2023 ਨੂੰ ਡਿਕਲੇਅਰ ਕੀਤਾ ਹੈ ਇੰਟਰਨੈਸ਼ਨਲ ਈਅਰ ਆਫ ਮਿਲਟਸ। ਮਿਲਟ ਕੀ ਹੁੰਦਾ ਹੈ? ਜਿਹਨੂੰ ਆਪਾਂ ਮੋਟਾ ਅਨਾਜ ਕਹਿ ਦਿੰਦੇ ਆ ਹਿੰਦੀ ਜਾਂ ਪੰਜਾਬੀ ਦੇ ਵਿੱਚ। ਸੋ ਮਿਲਟਸ ਦੇ ਦਾ ਜਿਹੜਾ ਸਾਲ ਹੈ ਉਹ ਡਿਕਲੇਅਰ ਕੀਤਾ ਹੈ ਕਿਹੜੀ ਕੰਟਰੀ ਦੇ ਰਿਕੁਐਸਟ ਕਰਨ ਤੇ। ਉਹ ਕੰਟਰੀਜ਼ ਆਪਸ਼ਨ ਦੇ ਵਿੱਚ ਹੈ ਸਾਊਦੀ ਅਰੇਬੀਆ, ਇੰਡੀਆ, ਸਵੀਡਨ ਜਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ। ਕਿਹਨਾਂ ਦੀ ਰਿਕੁਐਸਟ ਦੇ ਉੱਪਰ 2023 ਨੂੰ ਇੰਟਰਨੈਸ਼ਨਲ ਈਅਰ ਆਫ ਮਿਲਟਸ ਡਿਕਲੇਅਰ ਕੀਤਾ ਹੈ? ਸੋ ਇਹਦਾ ਸਹੀ ਜਵਾਬ ਹੈ ਫਰੈਂਡਸ
The right answer to this question is India. इंडिया की रिक्वेस्ट के उपर जिहड़े मिलेट्स है तुहानूं पता है भी जिहड़ियां वैसटर्न कंट्रीज़ है वो मिलेट्स या जिहड़े अगर आपां एक तां मिलेट कैटेगरी होगी, दूसरी कैटेगरी अगर मैं मसालिਆਂ ਦੀ कैटेगरी की गल करा तो काफ़ी हद तक वो इंडिया ते डिपेंडेंट हैगे है। सो इस चीज़ नूं होर ज़्यादा ग्लोबलाइज करने वास्ते इंडिया की रिक्वेस्ट के उपर यूनाइटेड नेशन जनरल असैंबली ने जिहड़ा है पास किया है कि डिक्लेरेशन पास किया है कि ईयर 2023 नूं इंटरनेशनल ईयर ऑफ मिलेट्स की जिहड़ी संज्ञा है वो दी जाएगी। हुण इट मीनस कि हर ईयर नूं ही यूनाइटेड नेशन किसी ना किसी ईयर नूं डेडिकेट करता है तो जवाब होएगा यस। अगर आप देखिए थोड़ा जा एक मिनट में आपदे आप नूं जिहड़ा है वो इस चीज़ तो या थोड़ा दिख ही रहा है कोई इन्नी प्रॉब्लम नहीं है। सो अगर दोस्तों आप गल करिए ईयर 2020 जो ईयर बीत चुके हैं उस ईयर नूं किया गया सीगा इंटरनेशनल ईयर ऑफ नर्सिस एंड मिडवाइफ। अगर मैं इत्थे गल करा इंटरनेशनल ईयर ऑफ नर्सिस एंड मिडवाइफ की जिहड़ी मैं गल करा इत्थे तुहानूं दिख नहीं रहा 1 मिनट। हाँ जी, इंटरनेशनल ईयर ऑफ नर्सिस एंड मिडवाइफ। इत्थे मेरा एक छोटा जिहा क्वेश्चन है कि साल दे विच ओह किहड़ा दिन हुंदा है जिन्हों इंटरनेशनल डे ऑफ नर्सिस दे तौर ते आपां सैलीब्रेट करते हैं। सो वो है जी 12 मई 12। उस तो बाद ईयर 2020 नूं जरूरी नहीं है पूरे साल नूं किसी एक चीज़ नूं डेडिकेट किया जाता है। डिफरेंट चीज़ां भी हो सकदियां जिन्हां ते फोकस करन लई यूनाइटेड नेशन कहता है कि उन्हां चीज़ां ते जिहड़ा है सॉरी ये जिहड़ा है ये इहनूं आपां कर सकते हैं। सो इंटरनेशनल ईयर ऑफ प्लांट हैल्थ भी सीगा 2020 दे विच। फिर जिहड़ा करंट ईयर चल रहा है वो 4 चीज़ों को डेडिकेट किया हुआ है। फर्स्ट है इंटरनेशनल ईयर ऑफ एलिमिनेशन ऑफ चाइल्ड लेबर, देन इंटरनेशनल ईयर ऑफ फ्रूट्स एंड वेजिटेबल, इंटरनेशनल ईयर ऑफ क्रिएटिव इकोनॉमी फॉर सस्टेनेबल डेवलपमेंट ते 2021 नूं पीस एंड ट्रस्ट ते भी किया हुआ है। 2022 आने वाला साल किया गया इंटरनेशनल ईयर ऑफ आर्टिसनल फिशरीज एंड एक्वाकल्चर। दैन 2023 जिंदी आपां हुणे गल कीती मिलेट्स से ते 2024 नूं इंटरनेशनल ईयर ऑफ कैमेलिड्स जिहड़े एक डिफरेंट तरह के स्टोन्स होंदे है उन्हां दे जिहड़ा है ये किया गया। ओके जी, सो आपां गल करदे हां इंटरनेशनल ईयर की आपां गल कर रही सी। इस तो पहला क्वेश्चन आया सीगा कि इंटरनेशनल ईयर ऑफ मिलेट्स जिहड़ा डिक्लेयर किया गया है वो किंदी जिहड़ी है रिक्वेस्ट ते किहड़ी कंट्री की रिक्वेस्ट ते उन्होंने डिक्लेयर किया है तो आंसर आएगा इंडिया। इत्थे अगर आप बाकी दी गल करिए सऊदी अरेबिया न्यूज़ दे विच है क्योंकि सऊदी अरेबिया की जिहड़ी मैनेजमेंट है या सऊदी अरेबिया की जिहड़ी कंट्री दे हैड हैगे है उन्होंने अलाउ किया है वीमेन नूं इन आर्म्ड फोर्सिस, विमेन इन आर्म्ड फोर्सिस हिस्ट्री च पहली बारी। ठीक है जी, सो इस करके सऊदी अरेबिया न्यूज़ दे विच है। फिर अगर आप गल करिए स्वीडन न्यूज़ दे विच है क्योंकि इंडिया ते स्वीडन दे नाल इंडिया दा स्वीडन दे नाल एक जिहड़ा है स्ट्रैटेजिक डायलॉग जिहड़ा है वो हैपन होया है। सो तां करके स्वीडन न्यूज़ दे विच है। यूएसए न्यूज़ दे विच है। 2-3 कारण है यूएसए दी न्यूज़ होण दे। एक तां यूएसए रीकनफर्म कर रहे आपदे आप नूं पेरिस एग्रीमेंट दे विच कि दोबारा जिहड़ा इन्वॉल्व हो रहा है पेरिस एग्रीमेंट। दूसरा यूएसए जिहड़ा है वो यूनाइटेड नेशन ह्यूमन राइट्स काउंसिल UNHRC दे विच जिहदे 2018 दे विच ट्रंप ने डोनाल्ड ट्रंप जी दे कहण ते यूएस बाहर हो गया सीगा क्योंकि डोनाल्ड ट्रंप ने कहा सीगा कि यूनाइटेड नेशन ह्यूमन राइट्स जिहड़ा काउंसिल है वो इजराइल दे नाल धक्का करदा है ना, इजराइल दे नाल। उस करके 2018 तो अलग हो गए सीगे लेकिन हुण जिहड़ा है इन्हां ने यूनाइटेड नेशन ह्यूमन राइट्स काउंसिल दे विच दोबारा तो आपदी मैंबरशिप जिहड़ी है वो लई है। इसे तरह ही WHO की फंडिंग जिहड़ी उन्होंने बंद करती सी डोनाल्ड ट्रंप ने। सो WHO की जिहड़ी फंडिंग है उन्होंने भी इन्होंने रीकनफर्म किया है। फिर कुछ डिसीजन इस तरह के डिसीजन है जिहड़े डोनाल्ड ट्रंप जी के कार्यकाल दे विच लिते गए सीगे लेकिन उन्होंने 46 प्रेजिडेंट जो बाइडन ने जिहड़ा है वो चेंज किया है। जिवें फॉर एग्जाम्पल मैक्सीको दे नाल दीवार बनाना, मैक्सीको दे नाल जिहड़ी वॉल है उन्होंने बनाने वास्ते भी जिहड़ा है वो डिसीजन नूं चेंज किया गया, मीनस उन्होंने उस काम नूं स्टॉल किया गया, रोकिया गया। सो इस करके बाकी न्यूज़ दे विच। नेक्स्ट इज विच कंट्री इज बिल्डिंग द वर्ल्ड्स फर्स्ट प्लाइटेपस सेंचुरी रिसेंटली। सो इन्हां चों वर्ल्ड की किहड़ी कंट्री है जो वर्ल्ड की पहली प्लेटिपस सेंचुरी जिहड़ी है वो आपदी कंट्री दे विच बना रही है। प्लेटिपस ऑस्ट्रेलिया, नेपाल, अफगानिस्तान या UAE। ऑस्ट्रेलिया, नेपाल, अफगानिस्तान या यूनाइटेड अरब एमीरेट की इहदा जवाब आएगा जी। फटाफट इहदा जवाब जिहड़ा है वो तुसीं दिओ। तो इहदा राइट आंसर है फटाफट ऑप्शन दे विच फटाफट जिहड़ा है वो उहदा जवाब आना चाहिए तुहाडा।
ਸੋ ਇਹਦਾ ਰਾਈਟ ਆਨਸਰ ਹੈ ਜੀ ਆਸਟ੍ਰੇਲੀਆ। ਆਸਟ੍ਰੇਲੀਆ ਜਿਹੜਾ ਹੈ ਉਹ ਨਿਊ ਸਾਊਥ ਵੇਲਸ ਜਿਹੜੀ ਉਹਨਾਂ ਦਾ ਪ੍ਰੋਵਿੰਸ ਹੈ, ਉਸ ਪ੍ਰੋਵਿੰਸ ਦੇ ਵਿੱਚ ਵਰਲਡ ਦੀ ਪਹਿਲੀ ਪਲੈਟੀਪਸ ਸੈਂਚੁਰੀ ਜਿਹੜੀ ਹੈ ਉਹ ਬਣਾਉਣ ਦੀ ਉਹਨੇ ਘੋਸ਼ਣਾ ਕੀਤੀ ਹੈ। ਸੋ ਇੱਥੇ ਕੁਐਸਚਨ ਇਹ ਆਏਗਾ ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਆ ਸਕਦਾ ਕਿ ਇਹ ਪਲੈਟੀਪਸ ਹੁੰਦਾ ਕੀ ਹੈ ਜਿਹਦੀ ਇਹ ਸੈਂਚੁਰੀ ਬਣਾਈ ਜਾ ਰਹੀ ਹੈ। ਸੋ ਅਗਰ ਆਪਾਂ ਪਲੈਟੀਪਸ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਇੱਕ ਜੀਵ ਹੁੰਦਾ ਹੈ ਪਲੈਟੀਪਸ, ਜਿੰਦੀ ਅਗਰ ਆਪਾਂ ਕਹੀਏ ਕਿ ਡੱਕ ਦੀ ਤਰ੍ਹਾਂ ਦੀ ਚੋਂਚ ਵਗੈਰਾ ਹੁੰਦੀ ਹੈ। ਸੋ ਵਰਲਡਸ ਫਰਸਟ ਪਲੈਟੀਪਸ ਸੈਂਚੁਰੀ ਕਿੱਥੇ ਬਣਾ ਰਹੇ ਹੈ? ਨਿਊ ਸਾਊਥ ਵੇਲਸ ਸਟੇਟਸ ਦੇ ਵਿੱਚ, ਟੂ ਪ੍ਰਮੋਟ ਦੀ ਬਰੀਡਿੰਗ ਐਂਡ ਰੀਹੈਬਿਲਿਟੇਸ਼ਨ ਐਜ਼ ਦੀ ਡੱਕ ਬਾਈਲਡ mammal faces extinction due to climate change। so ਇਹ endangered IUCN ਦੀ endangered list ਦੇ ਵਿੱਚ ਆਈ, International Union of Conservation of Nature, ਉਹਦੀ ਇਹ endangered list ਦੇ ਵਿੱਚ ਹੈਗੀ ਹੈ ਤੇ ਇਹਨੂੰ ਜਿਹੜਾ ਹੈ ਇਸ ਨੂੰ ਪ੍ਰੀਜ਼ਰਵ ਕਰਨ ਵਾਸਤੇ, ਰੀਹੈਬਿਲਿਟੇਟ ਕਰਨ ਵਾਸਤੇ ਤੇ ਬਰੀਡਿੰਗ ਜਿਹੜਾ ਪ੍ਰਜਨਨ ਵਗੈਰਾ ਹੁੰਦਾ ਹੈ ਉਹਦੇ ਵਿੱਚ ਹੈਲਪ ਕਰਾਉਣ ਵਾਸਤੇ, ਉਹਨੂੰ ਪ੍ਰਮੋਟ ਕਰਨ ਵਾਸਤੇ ਨਿਊ ਸਾਊਥ ਵੇਲਸ ਸਟੇਟ ਦੇ ਵਿੱਚ ਆਸਟ੍ਰੇਲੀਆ ਜਿਹੜਾ ਹੈ ਉਹ ਵਰਲਡ ਦੀ ਪਹਿਲੀ ਪਲਾਈਟੀਪਸ ਸੈਂਚੁਰੀ ਨੂੰ ਬਣਾਉਣ ਦੀ ਉਹਨੇ ਘੋਸ਼ਣਾ ਕੀਤੀ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਆਉਣ ਵਾਲੇ ਐਗਜ਼ਾਮ ਦੇ ਵਿੱਚ ਇਦਾਂ ਦਾ ਕੁਐਸਚਨ ਤੁਹਾਨੂੰ ਮਿਲ ਸਕਦਾ ਹੈ। ਫਿਰ ਅਗਰ ਆਪਾਂ ਬਾਕੀ ਕੰਟਰੀਜ਼ ਦੀ ਗੱਲ ਕਰੀਏ, ਅਗਰ ਨੇਪਾਲ ਕਿਉਂ ਨਿਊਜ਼ ਦੇ ਵਿੱਚ ਹੈ? ਕਿਉਂਕਿ ਇੰਡੀਆ ਨੇ ਨੇਪਾਲ ਨੂੰ 44.71 ਠੀਕ ਹੈ ਜੀ ਮਿਲੀਅਨ ਜਿਹੜੇ ਨੈਪਲੀਜ਼ ਰੁਪੀਜ਼ ਹੈਗੇ ਹੈ, ਨੈਪਲੀਜ਼ ਰੁਪੀਜ਼ ਉਹ ਇੰਡੀਆ ਨੇ ਉਹਨਾਂ ਨੂੰ ਦਿੱਤੇ ਹੈ ਨੇਪਾਲ ਨੂੰ। ਕਿਉਂ ਦਿੱਤੇ ਹੈ? ਉਹਨਾਂ ਦੇ ਸਕੂਲਸ ਦੀ ਡਿਵੈਲਪਮੈਂਟ ਵਾਸਤੇ, ਸਕੂਲਸ ਡਿਵੈਲਪਮੈਂਟ ਨੇਪਾਲ ਨੂੰ ਦਿੱਤੇ ਹੈ। ਫਿਰ ਅਗਰ ਆਪਾਂ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਇੰਡੀਆ ਰੀਸੈਂਟ ਦੇ ਵਿੱਚ ਨਿਊਜ਼ ਦੇ ਵਿੱਚ ਸੀਗਾ ਕਿ ਸ਼ਤੂਤ ਡੈਮ, ਇੰਡੀਆ ਜਿਹੜਾ ਹੈ ਕਾਬੁਲ ਦੀ ਡਰਿੰਕਿੰਗ ਵਾਟਰ ਦੀ ਡਿਮਾਂਡ ਪੂਰੀ ਕਰਨ ਵਾਸਤੇ ਜਾਂ ਉਸ ਦੀ ਇੱਕ ਰਿਕੁਆਇਰਮੈਂਟ ਸੀਗੀ, ਸ਼ਤੂਤ ਡੈਮ ਜਿਹੜਾ ਹੈ ਇੰਡੀਆ ਉੱਥੇ ਬਣਾ ਰਿਹਾ ਹੈ ਅਫਗਾਨਿਸਤਾਨ ਦੇ ਵਿੱਚ। UAE ਦੀ ਗੱਲ ਕਰੀਏ, UAE ਵਾਜ਼ ਇਨ ਨਿਊਜ਼ ਡਿਊ ਟੂ ਇਟਸ ਹੋਪ ਮਿਸ਼ਨ। ਹੋਪ ਮਿਸ਼ਨ ਜਿਹੜਾ ਕਿ ਮਾਰਸ ਦਾ ਪ੍ਰੋਬ ਹੈ, ਜਿਹੜਾ ਇਹਨਾਂ ਨੇ ਜਾਪਾਨ ਦੀ ਹੈਲਪ ਨਾਲ ਜਿਹੜਾ ਸੈਂਡ ਕੀਤਾ ਹੈ ਐਂਡ ਇਹ ਆਪਦੇ ਔਰਬਿਟ ਦੇ ਵਿੱਚ ਪਹੁੰਚ ਚੁੱਕਿਆ ਹੈ ਐਂਡ ਉਸ ਤੋਂ ਬਾਅਦ ਇਹਨੇ ਉੱਥੋਂ ਦੀ ਇਮੇਜਿਸ ਜਿਹੜੀਆਂ ਹੈ ਉਹ ਵੀ ਸੈਂਡ ਕੀਤੀਆਂ। ਅਗਰ ਆਪਾਂ ਮਾਰਸ ਤੇ UAE ਦੀ ਗੱਲ ਕਰੀਏ ਇਹਨਾਂ ਦੀ ਆਪਸ ਦੇ ਵਿੱਚ ਤਾਂ UAE ਨੇ ਕਿਹਾ ਕਿ ਉਹ 2117 ਤੱਕ ਈਅਰ 2117 ਤੱਕ ਉਹ ਮਾਰਸ ਦੇ ਉੱਪਰ ਹਿਊਮਨ ਕਲੋਨੀ ਬਣਾ ਦੇਣਗੇ। ਮਾਰਸ ਦੇ ਉੱਪਰ ਹਿਊਮਨ ਕਲੋਨੀ ਜਿਹੜੀ ਹੈ ਉਹ ਬਣਾਉਣ ਦਾ ਟਾਰਗੇਟ ਲਿੱਤਾ ਹੈ UAE ਨੇ। ਸਮਝ ਗਏ ਜੀ? ਸੋ ਇਹ ਬਾਕੀ ਕੰਟਰੀਜ਼ ਤਾਂ ਕਰਕੇ ਨਿਊਜ਼ ਦੇ ਵਿੱਚ। Which city is at the second position of the government's latest Ease of Living Index 2020? So Ease of Living Index 2020 ਜਾਰੀ ਕੀਤਾ ਜੀ ਗਵਰਨਮੈਂਟ ਨੇ। ਇਹਨਾਂ ਚੋਂ ਕਿਹੜੀ ਸਿਟੀ ਹੈ ਜਿਹੜੀ ਸੈਕਿੰਡ ਪੋਜੀਸ਼ਨ ਤੇ ਹੈ? A ਬੈਂਗਲੁਰੂ, B ਪੁਣੇ, C ਅਹਿਮਦਾਬਾਦ ਜਾਂ D ਚੇਨਈ? ਕਿਹੜੀ ਸਿਟੀ ਹੈ ਇਹਨਾਂ ਚੋਂ which is at the second position? ਦੇਖੋ ਟੌਪ ਤੇ ਹਰ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਸੀਗਾ ਕਿ ਕਿਹੜੀ ਸਿਟੀ ਟੌਪ ਤੇ ਹੈ। ਸੋ ਸਟੂਡੈਂਟ ਸਿਰਫ ਤੇ ਸਿਰਫ ਟੌਪ ਸਿਟੀ ਨੂੰ ਸਿਰਫ ਰੱਟਾ ਮਾਰ ਲੈਂਦੇ ਆ, ਬਟ ਅੱਜ ਕੱਲ ਐਗਜ਼ਾਮ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਹ ਸੈਕਿੰਡ ਰੈਂਕ ਜਿਹੜਾ ਹੈ ਉਹ ਪੁੱਛਣ ਤੇ ਆ ਗਏ ਹੈ। ਸੈਕਿੰਡ ਰੈਂਕ ਤੇ ਤਕਰੀਬਨ ਪੁੱਛਿਆ ਜਾਂਦਾ ਹੈ, ਤਾਂ ਕਰਕੇ ਮੈਂ ਤੁਹਾਡੇ ਕੋਲ ਇੱਥੇ ਕੁਐਸਚਨ ਵੀ ਪੁੱਛਿਆ ਕਿ ਗਵਰਨਮੈਂਟ ਨੇ ਜਿਹੜੀ ਲੇਟੈਸਟ ਜਾਰੀ ਕੀਤੀ ਹੈ ਈਜ਼ ਆਫ ਲਿਵਿੰਗ ਇੰਡੈਕਸ 2020 ਇੰਡੀਅਨ ਸਿਟੀਜ਼ ਬਾਰੇ, ਕਿ ਕਿਹੜੀ ਸਿਟੀ ਕਿੰਨੀ ਕੁ ਵਧੀਆ ਹੈ ਲਿਵਿੰਗ ਬਾਰੇ। ਫਿਰ ਚਾਹੇ ਉਹ ਇਕਨੋਮਿਕ ਐਸਪੈਕਟ ਨਾਲ ਹੋਵੇ ਕਿ ਲੋਕਾਂ ਨੂੰ ਉਥੇ ਕਮਾਈ ਕਰਨ ਦੇ ਕਿੰਨੇ ਸਾਧਨ ਮਿਲਦੇ ਆ, ਫਿਰ ਚਾਹੇ ਉਹ ਸੇਫਟੀ ਪੁਆਇੰਟ ਆਫ ਵਿਊ ਨਾਲ ਹੋਵੇ, ਫਿਰ ਉਹ ਚਾਹੇ ਕਲਾਈਮੇਟ ਪੁਆਇੰਟ ਆਫ ਵਿਊ ਨਾਲ ਹੋਵੇ। ਸੋ ਡਿਫਰੈਂਟ ਜਿਹੜੇ ਪੁਆਇੰਟਸ ਹੈ ਉਹ ਜਾਂ ਸਟੈਂਡਰਡ ਪੁਆਇੰਟ ਆਫ ਵਿਊ ਨਾਲ ਹੋਵੇ, ਫੈਸਿਲਿਟੀਜ਼ ਪੁਆਇੰਟ ਆਫ ਵਿਊ ਨਾਲ ਹੋਵੇ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਉਹ ਮਤਲਬ ਇੱਕ ਰੈਂਕਿੰਗ ਬਣਾਉਂਦੀਆਂ ਈਜ਼ ਆਫ ਲਿਵਿੰਗ ਇੰਡੈਕਸ। ਤਾਂ ਕੁਐਸਚਨ ਪੁੱਛਿਆ ਗਿਆ ਕਿ ਉਹਦੀ ਸੈਕਿੰਡ ਪੋਜੀਸ਼ਨ ਤੇ ਇੰਡੀਆ ਦੀ ਕਿਹੜੀ ਸਿਟੀ ਹੈ, ਤਾਂ ਸੈਕਿੰਡ ਪੋਜੀਸ਼ਨ ਤੇ ਹੈ ਜੀ ਪੁਣੇ। ਫਸਟ ਪੋਜੀਸ਼ਨ ਤੇ ਅਗਰ ਆਪਾਂ ਗੱਲ ਕਰੀਏ ਤਾਂ ਫਸਟ ਪੋਜੀਸ਼ਨ ਤੇ ਹੈ ਬੈਂਗਲੁਰੂ, ਸੈਕਿੰਡ ਪੋਜੀਸ਼ਨ ਤੇ ਹੈ ਪੁਣੇ, ਅਹਿਮਦਾਬਾਦ ਹੈ ਥਰਡ ਪੋਜੀਸ਼ਨ ਤੇ, ਚੇਨਈ ਹੈ ਫੋਰਥ ਪੋਜੀਸ਼ਨ ਤੇ ਅਗਰ ਆਪਾਂ ਇੱਥੇ ਇੱਕ ਹੋਰ ਆਪਸ਼ਨ ਹੁੰਦਾ ਜਾਂ ਆਪਾਂ ਕਹੀਏ ਕਿ ਫਿਫਥ ਪੋਜੀਸ਼ਨ ਕਿਹੜੀ ਹੈ, ਫਿਫਥ ਹੈ ਜੀ ਸੂਰਤ। ਸੂਰਤ ਫਿਫਥ ਪੋਜੀਸ਼ਨ ਤੇ। ਸੋ ਈਜ਼ ਆਫ ਲਿਵਿੰਗ ਇੰਡੈਕਸ 2020। ਸੋ ਇੱਥੇ ਮੈਂ ਕੁਐਸਚਨ ਪੁੱਛਣਾ ਚਾਹੂੰਗਾ, ਹੂ ਆਫ ਦੀ ਫੋਲੋਇੰਗ ਇਜ਼ ਦੀ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ? ਹਾਊਸਿੰਗ ਐਂਡ ਅਰਬਨ ਅਫੇਅਰਸ ਦੇ ਮਿਨਿਸਟਰ ਕੌਣ ਹੈਗੇ ਹੈ? ਸੋ ਮਿਨਿਸਟਰ ਹੈਗੇ ਹੈ ਮਿਸਟਰ ਹਰਦੀਪ ਸਿੰਘ ਪੁਰੀ। ਹਰਦੀਪ ਸਿੰਘ ਪੁਰੀ ਜੀ ਦੇ ਮਿਨਿਸਟਰ ਹੈਗੇ। ਨੈਕਸਟ ਇਜ਼ ਕਿ ਫਾਇਰ which is among the top 3 aspirational districts of India as per the ranking of Niti Aayog for the month January 2021, it is in which state of India?
ਸੋ ਨੀਤੀ ਆਯੋਗ ਨੇ ਇੱਕ ਰੈਂਕਿੰਗ ਹਜੇ ਆਪਾਂ ਈਜ਼ ਆਫ ਲਿਵਿੰਗ ਇੰਡੈਕਸ ਦੀ ਰੈਂਕਿੰਗ ਕੀਤੀ ਹੈ, ਇਹ ਨਾਲ ਦੀ ਨਾਲ ਇੱਕ ਰੈਂਕਿੰਗ ਬਾਰੇ ਹੋਰ ਕੁਐਸਚਨ ਆਪਾਂ ਕਰ ਰਹੇ ਹਾਂ। ਉਹ ਰੈਂਕਿੰਗ ਹੈ ਨੀਤੀ ਆਯੋਗ ਦੀ ਐਸਪੀਰੇਸ਼ਨਲ ਡਿਸਟ੍ਰਿਕਟ। ਸੋ ਤੁਹਾਨੂੰ ਪਤਾ ਹੀ ਹੈ ਹਰ ਮੰਥ ਨੀਤੀ ਆਯੋਗ ਜਿਹੜਾ ਹੈ ਉਹ ਡੈਲਟਾ ਰੈਂਕਿੰਗ ਜਾਰੀ ਕਰਦਾ ਹੈ। ਲਾਸਟ ਮੰਥ ਦੇ ਡਾਟਾ ਵੀ ਆਪਾਂ ਵੀਕਲੀ ਕਲਾਸ ਦੇ ਵਿੱਚ ਕੀਤੇ ਸੀਗੇ, ਲੇਕਿਨ ਇਹ ਲੇਟੈਸਟ ਡਾਟਾ ਹੈ ਜਨਵਰੀ 2021 ਦੇ ਮੁਤਾਬਿਕ। ਜੋ ਡਾਟਾ ਇਹਨਾਂ ਨੇ ਜਨਵਰੀ 2021 ਦੇ ਵਿੱਚ ਲਿੱਤਾ ਸੀ 2021 ਦੇ ਵਿੱਚ, ਉਸ ਦੇ ਮੁਤਾਬਿਕ ਟੌਪ 3 ਐਸਪੀਰੇਸ਼ਨਲ ਡਿਸਟ੍ਰਿਕਟ ਦੇ ਵਿੱਚ ਇੱਕ ਡਿਸਟ੍ਰਿਕਟ ਹੈ ਕਿਫਾਇਰ। ਸੋ ਕਿਫਾਇਰ ਜਿਹੜੀ ਹੈ ਉਹ ਡਿਸਟ੍ਰਿਕਟ ਕਿਹੜੀ ਸਟੇਟ ਦੇ ਵਿੱਚ ਆਂਦੀ ਹੈ? ਨਾਗਾਲੈਂਡ ਦੇ ਵਿੱਚ ਆਂਦੀ ਹੈ, ਬਿਹਾਰ ਚ ਆਂਦੀ ਹੈ, ਅਰੁਣਾਚਲ ਚ ਆਂਦੀ ਹੈ ਜਾਂ ਮੱਧ ਪ੍ਰਦੇਸ਼ ਦੇ ਵਿੱਚ ਆਂਦੀ ਹੈ? ਨਾਗਾਲੈਂਡ, ਬਿਹਾਰ, ਅਰੁਣਾਚਲ ਜਾਂ ਮੱਧ ਪ੍ਰਦੇਸ਼? So what will be the which will be the right answer to this question? The right answer will be Nagaland. It is in the Nagaland state. So ਇਹਦੇ ਬਾਰੇ ਥੋੜੀ ਜੀ ਗੱਲ ਕਰੀਏ ਤਾਂ ਕੀ ਚੀਜ਼ ਹੈ? ਨਵਾੜਾ। ਤਿੰਨ ਡਿਸਟ੍ਰਿਕਟ ਇਹਨਾਂ ਨੇ ਕੱਢੀਆਂ। ਨਵਾੜਾ ਇਨ ਬਿਹਾਰ ਜਿਹਨੇ ਕਿ ਟੌਪ ਕੀਤਾ ਐਸਪੀਰੇਸ਼ਨਲ ਡਿਸਟ੍ਰਿਕਟ ਰੈਂਕਿੰਗ ਦੇ ਵਿੱਚ। ਫਿਰ ਅਗਰ ਆਪਾਂ ਗੱਲ ਕਰੀਏ ਟੌਪ ਦੀ ਲਿਸਟ, ਉਸ ਤੋਂ ਬਾਅਦ ਜਿਹੜਾ ਹੈ ਕਿਫਾਇਰ ਨਾਗਾਲੈਂਡ ਦੇ ਵਿੱਚ ਤੇ ਨਾਮਸਾਈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੈਕਿੰਡ ਤੇ ਥਰਡ ਸਪੋਟ ਦੇ ਵਿੱਚ ਆਈਆਂ। The Delta ranking took into account incremental progress made over ਕਿੰਨੀਆਂ ਐਸਪੀਰੇਸ਼ਨਲ ਸਟੇਟਸ ਹੈ? 112 ਜਿਨ੍ਹਾਂ ਨੂੰ 2018 ਦੇ ਵਿੱਚ ਚੁਣਿਆ ਗਿਆ ਸੀਗਾ। ਠੀਕ ਹੈ ਜੀ, ਤੇ ਇਹ ਸਾਰਾ ਜਿਹੜਾ ਡਾਟਾ ਹੈ ਰਿਲੀਜ਼ ਜਨਵਰੀ ਦੇ ਵਿੱਚ ਹੋਇਆ, ਲੇਕਿਨ ਡਾਟਾ ਜਿਹੜਾ ਹੈ ਉਹ ਯੂਜ਼ ਕੀਤਾ ਗਿਆ ਦਸੰਬਰ 2020 ਦਾ। ਕੀ ਚੀਜ਼ਾਂ ਦੇਖੀਆਂ ਜਾਂਦੀਆਂ? ਹੈਲਥ ਐਂਡ ਨਿਊਟ੍ਰੀਸ਼ਨ, ਐਜੂਕੇਸ਼ਨ, ਐਗਰੀਕਲਚਰ ਐਂਡ ਵਾਟਰ ਰਿਸੋਰਸਿਸ, ਫਾਈਨੈਂਸ਼ੀਅਲ ਇਨਕਲੂਜਨ, ਸਕਿੱਲ ਡਿਵੈਲਪਮੈਂਟ, ਬੇਸਿਕ ਇਨਫਰਾਸਟ੍ਰਕਚਰ, ਇਹ ਸਾਰਾ ਕੁਝ ਦੇਖਿਆ ਜਾਂਦਾ ਹੈ ਡੈਲਟਾ ਰੈਂਕਿੰਗ। ਇਹਨੂੰ ਡੈਲਟਾ ਰੈਂਕਿੰਗ ਕਿਉਂ ਕਹਿੰਦੇ ਆ? ਡੈਲਟਾ ਹੁੰਦਾ ਇਸ ਤਰ੍ਹਾਂ ਦਾ, ਤੁਹਾਨੂੰ ਪਤਾ ਹੀ ਹੈ ਡੈਲਟਾ ਇਸ ਤਰ੍ਹਾਂ ਦਾ ਹੁੰਦਾ। ਸੋ 2018 ਦੇ ਵਿੱਚ ਇਸ ਤਰ੍ਹਾਂ ਦੀਆਂ 112 ਡਿਸਟ੍ਰਿਕਟ ਚੁਣੀਆਂ ਗਈਆਂ ਐਸਪੀਰੇਸ਼ਨਲ ਡਿਸਟ੍ਰਿਕਟ। ਐਸਪੀਰੇਸ਼ਨਲ ਡਿਸਟ੍ਰਿਕਟ ਕੀ ਹੈ? ਜਦੋਂ ਆਪਾਂ ਕਹਿੰਦੇ ਆ ਕਿ ਪਿਛੜੇ ਹੋਏ ਜ਼ਿਲ੍ਹੇ, ਤਾਂ ਪਿਛੜਾ ਥੋੜਾ ਜਿਹਾ ਜਿਹੜਾ ਹੈ ਉਹ ਨੈਗੇਟਿਵ ਵਰਡ ਹੈ। ਜਦੋਂ ਆਪਾਂ ਕਹਿੰਦੇ ਐਸਪੀਰੇਸ਼ਨਲ ਡਿਸਟ੍ਰਿਕਟ ਦਾ ਮਤਲਬ ਹੈ ਇਹ ਉਹ ਸਟੇਟਾਂ ਹੈਗੀਆਂ, ਇਹ ਉਹ ਡਿਸਟ੍ਰਿਕਟਸ ਹੈਗੀਆਂ ਜਿੱਥੇ ਗਵਰਨਮੈਂਟ ਦੀਆਂ ਵੈਲਫੇਅਰ ਸਕੀਮਸ ਹਜੇ ਪ੍ਰੋਪਰ ਤਰੀਕੇ ਨਾਲ ਰੀਚ ਆਊਟ ਨਹੀਂ ਕਰ ਪਾਈਆਂ। ਸੋ ਡੈਲਟਾ ਰੈਂਕਿੰਗ ਇਹਨੂੰ ਤਾਂ ਕਿਹਾ ਗਿਆ ਕਿ 2018 ਦੇ ਵਿੱਚ ਅਗਰ ਇਹ 112 ਡਿਸਟ੍ਰਿਕਟਸ ਹੈ ਤਾਂ ਹੌਲੀ ਹੌਲੀ ਆਪਾਂ ਇਹਨਾਂ ਨੂੰ ਘਟਾ ਕੇ ਕਿੱਥੇ ਲੈ ਕੇ ਜਾਣਾ ਹੈ? 0 ਤੇ ਲੈ ਕੇ ਜਾਣਾ ਹੈ। ਤਾਂ ਕਰਕੇ ਇਹਨੂੰ ਕਹਿੰਦੇ ਆ ਡੈਲਟਾ ਰੈਂਕਿੰਗ। ਇਹ ਰੈਂਕਿੰਗ ਨੂੰ ਕੌਣ ਜਾਰੀ ਕਰਦਾ ਹੈ? ਇਹ ਰੈਂਕਿੰਗ ਨੂੰ ਜਾਰੀ ਕਰਦਾ ਹੈ ਨੀਤੀ ਆਯੋਗ। ਨੀਤੀ ਆਯੋਗ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਹੈ। ਚੇਅਰਪਰਸਨ ਹੈਗੀ ਹੈ ਨਰਿੰਦਰ ਮੋਦੀ ਜੀ, ਵਾਈਸ ਚੇਅਰਪਰਸਨ ਹੈ ਡਾਕਟਰ ਰਾਜੀਵ ਕੁਮਾਰ, CEO ਹੈਗੀ ਹੈ ਅਮਿਤਾਭ ਕਾਂਤ। ਤੇ ਕਦੋਂ ਫਾਰਮ ਹੋਇਆ ਸੀ? 1 ਜਨਵਰੀ 2015। ਇਸ ਤੋਂ ਪਹਿਲਾਂ ਹਰ ਗਵਰਨਮੈਂਟ ਦੇ ਵਿੱਚ ਇੱਕ ਪਲੈਨਿੰਗ ਕਮਿਸ਼ਨ ਹੁੰਦਾ ਸੀਗਾ ਜਿਹੜਾ ਪੰਚਵਰਸ਼ੀय ਯੋਜਨਾਵਾਂ ਬਣਾਉਂਦਾ ਸੀ, ਪਲੈਨਿੰਗ ਕਮਿਸ਼ਨ। ਸੋ ਪਲੈਨਿੰਗ ਕਮਿਸ਼ਨ ਨੂੰ ਮੋਦੀ ਗਵਰਨਮੈਂਟ ਨੇ ਫਸਟ ਟਾਈਮ ਹੀ ਜਦੋਂ 2014 ਦੇ ਵਿੱਚ ਆਏ ਸੀਗੇ, ਇਹਨਾਂ ਨੇ ਕਿਹਾ ਕਿ ਪਲੈਨਿੰਗ ਕਮਿਸ਼ਨ ਦਾ ਕੋਈ ਕੰਮ ਨਹੀਂ ਹੈ। ਸੋ ਇਹਨਾਂ ਨੇ ਨੀਤੀ ਆਯੋਗ ਬਣਾਇਆ। ਨੀਤੀ ਦੀ ਫੁੱਲ ਫਾਰਮ ਕੀ ਹੈ? ਨੈਸ਼ਨਲ ਇੰਸਟੀਚਿਊਟ ਆਫ ਟਰਾਂਸਫਾਰਮਿੰਗ ਇੰਡੀਆ। ਸੋ ਨੀਤੀ ਆਯੋਗ ਹਰ ਮੰਥ ਐਸਪੀਰੇਸ਼ਨਲ ਡਿਸਟ੍ਰਿਕਟ ਦੀ ਜਿਹੜੀ ਰੈਂਕਿੰਗ ਹੈ ਉਹਨੂੰ ਜਾਰੀ ਕਰਦਾ ਹੈ। ਨੈਕਸਟ, ਸੁਮਿਤ ਨਾਗਲ is related to which of the following sport? ਸੁਮਿਤ ਨਾਗਲ ਇਹਨਾਂ ਚੋਂ ਕਿਹੜੀ ਗੇਮ ਨਾਲ ਰਿਲੇਟ ਕਰਦੇ ਹੈ? ਲੌਨ ਟੈਨਿਸ, ਟੇਬਲ ਟੈਨਿਸ, बैडमिंटन या रेसलिंग? सुमित नागल, जो कहते हैं नाम तो सुना ही होगा, सुमित नागल। सो सुमित नागल जिहड़े है किहड़ी गेम नाल रिलेट करदे है? लॉन टैनिस नाल, जिंदे 4 ग्रैंड स्लैम होंदे है, ऑस्ट्रेलियन ग्रैंड स्लैम, ऑस्ट्रेलियन ओपन, फ्रेंच ओपन जिन्हों रोलैंड ग्रोस भी कहते हैं, विंबलडन जिहड़ा कि सब तो पुराना टूरनामेंट है, ते US ओपन लॉन टैनिस तो है, या फिर वो टेबल टैनिस तो है जिंदे च रीसेंट दे विच एक नैशनल चैंपीयनशिप हुई पंचकुला दे विच जिन्हों जित्तिया मनिका बत्रा ने टेबल टैनिस, या वो बैडमिंटन दे विच है जिंदे च रीसेंटली डिफरेंट इवेंट होए, जिवें कि थाईलैंड ओपन इवेंट होया जिन्हों कि जिहड़ा विक्टर एक्सलसन ने जित्तिया, कैरोलिना मारीन ने जित्तिया, रीसेंट दे विच PV सिंधु नूं भी जिहड़ा है वो उन्होंने हराया कैरोलिना मारीन ने, ठीक है। या फिर रैसलिंग है, या फिर रैसलिंग जो हैगी है, मैं सारी डिटेल दसती तुहानूं जिहड़े इस क्वेश्चन की डिटेल दसनी सी। अगर इहदा सही आंसर दसां तो सही आंसर है लॉन टैनिस। लॉन टैनिस तो हैगी है, ये न्यूज़ दे विच क्यों हैगी है? न्यूज़ दे विच हैगी है क्योंकि इन्हां ने अर्जेंटीना दे विच एक इंटरनैशनल प्लेयर नूं, नाम याद रखने की लोड़ नहीं है, इंटरनैशनल टैनिस जिहड़े स्टार है उन्हां नूं हराया है। सो तां करके सुमित नागल न्यूज़ च आ रही है। टेबल टैनिस बारे मैं तुहानूं दस ही दित्ता काफ़ी चीज़ां, बैडमिंटन बारे दसतियां, रैसलिंग बारे दसां तां रैसलिंग दे विच 2 तरह के इवेंट रीसेंट दे विच होए है, जिंदे विच एक नाम बहुत उभर के आया है जिसका नाम है विनेश फोगाट।
शी इज दी कजन सिस्टर ऑफ गीता एंड बबीता फोगाट। सो विनेश फोगाट ने एक हफ्ते दे विच ही 2 गोल्ड मैडल जिते है। किहड़ी कैटेगरी दे विच? 53 kg कैटेगरी दे विच। एक मैडल जितया इन्होंने यूक्रेनियन आउटस्टैंडिंग यूक्रेनियन रैसलर टूरनामेंट दे विच, ते दूसरा इन्होंने जितया रोम दे विच जिहड़ा टूरनामेंट हो रहा है। ते रोम दे विच जिहड़ा टूरनामेंट हो रहा है उहदे विच जिहड़े अपने बजरंग पुनिया है इंडिया दे रैसलर, बजरंग पुनिया ने भी 65 kg कैटेगरी दे विच गोल्ड मैडल जित के वर्ल्ड दे विच टॉप पोजीशन इस टाइम दे विच 65 kg दे विच अगर आप टॉप पोजीशन की गल करिए तो नंबर 1 रैसलर हैगे है बजरंग पुनिया। सो इस करके रैसलिंग वाज इन न्यूज़। ऐदा जिहड़ा है ना दोस्तों, ऐदा तुसी लिंक कर करके याद करया करो। जदों कोई चीज़ सामने तुहाडे आंदी है, जदों भी तुसी किसी स्पोर्ट नूं देखिया, जदों भी तुसी किसी कंट्री का नाम देखिया, जदों भी तुसी किसी स्टेट का नाम देखिया, दैन नाल दी नाल तुहाडे कोलों घट्टो घट्ट जिहड़ियां है, मैं जिहड़े साडे रैगूलर स्टूडेंट्स हैगे आ उन्हां नूं मैं दसदा हुन्ना, घट्टो घट्ट तुहाडीआं 4 या 5 चीज़ां, स्टेट हैगियां तां 5 चीज़ां, कोई कंट्री है तो उन्दियां घट्टो घट्ट 3 चीज़ां, अगर मान लो कोई इस तरह का कोई स्पोर्ट है तो वो क्यों न्यूज़ दे विच है, ये सारा कुछ नाल दी नाल तुहाडे माइंड दे विच स्ट्राइक करना चाहिए। नाल दी नाल तुहाडी जिहड़ी रिवीजन है वो ऐदां तुहाडी नाल नाल रिवीजन होंदी जांदी है। सो जिवें जिवें तुसीं करंट अफेयर पढ़दे हो तां ही कहंदे आ कि करंट अफेयर जिहड़ा है वो एक रात दी गेम नहीं है कि पिछले 180 दिनां च की होया उन्होंने तुसीं 180 मिनट दे विच नहीं पढ़ सकते। पिछले 6 महीनों जो कुछ होया उन्होंने तुसीं 6 दिन च भी नहीं पढ़ सकते। सो तुहानूं करंट अफेयर जिहड़ा है वो रेगूलर तौर पर पढ़न की जरूरत होंदी है, क्योंकि काफ़ी सारे जिहड़े जीके के क्वेश्चन है, जनरल नॉलेज के क्वेश्चन है, फिर चाहे वो पॉलिटी के होण, फिर चाहे वो इकोनॉमिक्स के होण, वो क्वेश्चन जिहड़े है वो करंट अफेयर नाल किते ना किते रिलेट करते होंदे है। सो उन्हां दा रिलेशन प्रॉपर तरीके नाल करन वास्ते तुहानूं करंट अफेयर डेली तौर पर करन दी लोड़ है। करो कितों भी, चाहे तुसी किसी लैक्चर तो कर रहे हो, चाहे तुसी खुद न्यूज़पेपर चो कर रहे हो, चाहे गवर्नमेंट दियां डिफरेंट कुछ हद तक साइट्स होंदियां, जिवें मैं तुहानूं अगे भी दस्सिया सी पीआईबी पीपीएससी प्री दा जिहड़ा पेपर है, पीपीएससी पीसीएस प्री दा पेपर तुसी देखो सारा दा सारा पीआईबी चो बनया होया सीगा। सो प्रेस इंफॉर्मेशन ब्यूरो दी जिहड़ी ऐप है तुसी उहदे चो कर सकदे हो, तुसी डिफरेंट होर जिहड़ियां न्यूज़पेपर्स दियां ऐप है उन्हां चो कर सकदे हो। सो ये सारियां चीज़ां जिवें जिवें आपां करदे जन्ने आ रेगूलर तरीके नाल जिन्ना आपां करांगे उन्ना आपां नूं ज़्यादा बेनिफिट होएगा। चलो फिर आपां इस गल नाल ही अगले क्वेश्चन ते चलदे हां। नेशनल सेफ्टी डे इज ऑब्जर्व्ड ऑन विच ऑफ द फॉलोइंग डे? नेशनल सेफ्टी डे, सो सेफ्टी डे मार्च 1 नूं मनाया जांदा है, मार्च 3 नूं, 4 नूं या 8 नूं, ये तुसीं दसना है 1 मार्च, 3 मार्च, 4 मार्च या 8 मार्च। क्वेश्चन है नेशनल सेफ्टी डे। सो नेशनल सेफ्टी डे जिहड़ा है जी वो मनाया जांदा है 4 मार्च नूं। 4 मार्च का दिन है जिस दिन नैशनल सेफ्टी डे भी होंदा है ते नैशनल सिक्योरिटी डे भी होंदा है। मीनस 4 मार्च नूं तुसीं याद रखना है सेफ्टी ते सिक्योरिटी। नैशनल डे होंदा है, इंटरनैशनल नहीं होंदा, नैशनल डे होंदा है। अगर आप 3 मार्च की गल करिए तो 3 मार्च होंदा है वर्ल्ड वाइल्ड लाइफ डे, WWD वर्ल्ड वाइल्ड लाइफ डे। 8 मार्च की गल करिए तो 8 मार्च होंदा है इंटरनैशनल वीमेन डे। इंटरनैशनल वीमेन डे जिहड़ा है वो 8 मार्च नूं हुंदा है। 1 मार्च की अगर आप गल करिए तो डिफरेंट डे होंदे लाइक वर्ल्ड जीरो डिस्क्रिमिनेशन डे। जीरो डिस्क्रिमिनेशन डे ये मेन होंदा है जिहड़ा कि 1 मार्च नूं मनाने आ। इंडिया दे विच अगर आप गल करिए तो सिविल अकाउंट्स डे भी 1 मार्च नूं हुंदा है, सिविल अकाउंट्स डे। ओके है जी। नेक्स्ट, how many internet shutdowns were there in India in the year 2020 as per recently released report? बड़ा इंटरेस्टिंग क्वेश्चन है। इंडिया ਦੇ ਵਿੱਚ ਤੁਹਾਨੂੰ ਪਤਾ ਹੈ ਕੁਝ ਵੀ ਮਤਲਬ ਜਦੋਂ ਕੋਈ ਸਿਚੁਏਸ਼ਨ ਡਾਊਨ ਹੋਣ ਲੱਗਦੀ ਹੈ ਜਾਂ ਕੋਈ ਸਿਚੁਏਸ਼ਨ ਆਊਟ ਆਫ ਕੰਟਰੋਲ ਹੋਣ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਇੰਟਰਨੈਟ ਬੰਦ ਕੀਤਾ ਜਾਂਦਾ ਹੈ ਤਾਂ ਕਿ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਹੈ ਉਹ ਇੱਕ ਦੂਜੇ ਕੰਨੀ ਨਾ ਪਾਸ ਹੋਣ ਹੋਵੇ। ਸੋ ਇੱਕ ਬੜੀ ਇੰਟਰਸਟਿੰਗ ਤੇ ਬੜਾ ਸਟ੍ਰੇਂਜ ਇੱਕ ਡਾਟਾ ਬਾਹਰ ਆਇਆ ਸੀਗਾ, ਲੇਕਿਨ ਪਹਿਲਾਂ ਤੁਸੀਂ ਇਹਦਾ ਜਵਾਬ ਦੇਣਾ ਕਿ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ। कि क्वेश्चन पूछ रहा है कि किन्ने वारी इंडिया दे विच 2020 दे विच इंटरनेट शटडाउन्स होए एज पर रिसेंटली रिलीज रिपोर्ट? 122 टाइम्स, 109 टाइम्स, 155 टाइम्स या 42 टाइम्स? किन्ने वारी इंटरनेट शटडाउन होए इंडिया दे विच ईयर 2020? तो इत्थे मैं गल करूंगा कि इंडिया ने क्लीन स्वीप मारे है, कोई नहीं है टक्कर में, है ना। सो कोई टक्कर जी नहीं है, नेड़े तेड़े ही नहीं है कोई कंट्री जिंदे विच इन्नी वारी जिहड़े शटडाउन होए होण। ये चीज इत्थों पता लगेगी पूरे वर्ल्ड दे विच किन्नी वारी शटडाउन होए? 155 टाइम्स पूरे वर्ल्ड दे विच।
155 टाइम्स इंटरनेट शटडाउन होए, जिन्हां चों 109 वारी होए इंडिया दे विच। ਈਵਨ ਜਿਹੜੀ ਸੈਕਿੰਡ ਨੰਬਰ ਤੇ ਕੰਟਰੀ ਹੈ ਉਹਦੀ ਸਿਰਫ 6 ਵਾਰੀ ਹੋਈ ਹੈ। ਸੋ 109 ਵਾਰੀ ਸ਼ਟਡਾਊਨ ਹੋਏ ਇੰਡੀਆ ਦੇ ਵਿੱਚ ਈਅਰ 2020 ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ ਹੈ। ਇੱਥੇ ਮੇਰੇ ਫਟਾਫਟ ਤੁਹਾਨੂੰ ਦੋ ਕੁਐਸਚਨ ਹੈਗੇ ਆ। ਪਹਿਲਾ ਕੁਐਸਚਨ ਮੇਰਾ ਇਹ ਹੈ ਕਿ ਰਿਪਬਲਿਕ ਡੇ 2021 ਤੇ ਬੰਗਲਾਦੇਸ਼ ਦੇ ਕਿੰਨੇ ਸੋਲਜਰਸ ਨੇ ਪਾਰਟਿਸਿਪੇਟ ਕੀਤਾ ਇੰਡੀਆ ਦੇ ਵਿੱਚ ਆ ਕੇ? ਕਿੰਨੇ ਨੰਬਰ ਆਫ ਸੋਲਜਰ ਸੀਗੇ? ਉਹ ਸੋਲਜਰ ਹੈ 122। ਫਿਰ ਅਗਰ ਮੈਂ ਤੁਹਾਨੂੰ ਪੁੱਛਾਂ ਕਿ ਇੰਡੀਆ ਦੇ ਵਿੱਚ ਕਰੰਟ ਟਾਈਮ ਦੇ ਵਿੱਚ ਰਾਮਸਰ ਸਾਈਟਸ ਕਿੰਨੀਆਂ ਹੈਗੀਆਂ? ਹਾਊ ਮੈਨੀ ਰਾਮਸਰ ਸਾਈਟਸ are there in India? The answer will be 42 and the latest Ramsar site है Sokar wetland। Sokar wetland किथे है? क्वेश्चन बन सकता है in which of the following state or union territory Sokar wetland is there? The answer will be Ladakh। तो लद्दाख दे विच Sokar wetland हैगी। Next, Mohan Krishna Bohara, who has been awarded the Bihari Puraskar 2020 by KK Birla Foundation, is a prominent writer in which language? ਮੋਹਨ ਕ੍ਰਿਸ਼ਨਾ ਬੋਹਾਰਾ ਜੀ, ਜਿਨ੍ਹਾਂ ਨੂੰ ਰੀਸੈਂਟ ਦੇ ਵਿੱਚ ਬਿਹਾਰੀ ਪੁਰਸਕਾਰ 2020 ਮਿਲਿਆ ਬਾਈ ਕੇ ਬਿਰਲਾ ਫਾਊਂਡੇਸ਼ਨ, ਉਹ ਪ੍ਰੋਮੀਨੈਂਟ ਰਾਈਟਰ ਹੈ ਇਹਨਾਂ ਚੋਂ ਕਿਹੜੀ ਲੈਂਗੁਏਜ ਦੇ? ਉਰਦੂ ਦੇ, ਹਿੰਦੀ ਦੇ, ਮਲਿਆਲਮ ਦੇ ਜਾਂ ਕੰਨੜ ਦੇ? ਉਰਦੂ, ਹਿੰਦੀ, ਮਲਿਆਲਮ, ਕੰਨੜ, ਕਿਹੜੀ ਲੈਂਗੁਏਜ ਦੇ ਐਮੀਨੈਂਟ ਜਾਂ ਪ੍ਰੋਮੀਨੈਂਟ ਰਾਈਟਰ ਹੈਗੇ ਹੈ ਮਿਸਟਰ ਮੋਹਨ ਕ੍ਰਿਸ਼ਨਾ ਬੋਹਾਰਾ, ਜਿਨ੍ਹਾਂ ਨੂੰ ਰੀਸੈਂਟ ਦੇ ਵਿੱਚ ਬਿਹਾਰੀ सम्मान ਮਿਲਿਆ, ਬਿਹਾਰੀ ਪੁਰਸਕਾਰ ਮਿਲਿਆ 2020 ਦਾ ਕੇ ਬਿਰਲਾ ਫਾਊਂਡੇਸ਼ਨ ਦੇ ਦੁਆਰਾ। ਸੋ ਉਹ ਹੈਗੇ ਆ ਜੀ ਹਿੰਦੀ ਦੇ, ਹਿੰਦੀ ਲੈਂਗੁਏਜ ਦੇ ਰਾਈਟਰ ਹੈਗੇ ਆ ਮੋਹਨ ਕ੍ਰਿਸ਼ਨਾ ਬੋਹਾਰਾ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਬੜੀ ਇੰਟਰਸਟਿੰਗ ਦੱਸਦਾ, ਜਦੋਂ ਵੀ ਨਾਮ ਆਉਂਦਾ ਹੈ ਬਿਹਾਰੀ ਪੁਰਸਕਾਰ, ਤਾਂ ਬਿਹਾਰੀ ਪੁਰਸਕਾਰ ਦਾ ਬਿਹਾਰ ਨਾਲ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੈਗਾ। ਠੀਕ ਹੈ ਜੀ। ਬਿਹਾਰੀ ਜਿਹੜੇ ਹੈ ਇੱਕ ਬੜੇ ਇੰਪੋਰਟੈਂਟ ਰਾਈਟਰ ਹੋਏ ਹੈ ਰਾਜਸਥਾਨ ਦੇ। ਸੋ ਤਾਂ ਕਰਕੇ ਕੇ ਬਿਰਲਾ ਫਾਊਂਡੇਸ਼ਨ ਜਿਹੜੀ ਹੋਰ ਵੀ ਕਾਫੀ ਅਵਾਰਡ ਦਿੰਦੀ ਹੈ, ਕਿਹੜੇ ਲਿਟਰੇਰੀ ਅਵਾਰਡ ਦਿੰਦੀ ਹੈ ਕੇ ਬਿਰਲਾ ਫਾਊਂਡੇਸ਼ਨ, ਇਹ ਮੇਰੇ ਰੈਗੂਲਰ ਸਟੂਡੈਂਟਸ ਨੂੰ ਜ਼ਰੂਰ ਪਤਾ ਹੋਊਗਾ। ਉਹ ਜਿਹੜੇ ਹੈ ਉਹ ਕਮੈਂਟ ਬਾਕਸ ਦੇ ਵਿੱਚ ਜਾਂ ਜਿਹੜਾ ਹੈ ਚੈਟ ਦੇ ਵਿੱਚ ਲਿਖੋ। ਸੋ ਕੇ ਬਿਰਲਾ ਫਾਊਂਡੇਸ਼ਨ, ਕੇ ਬਿਰਲਾ ਫਾਊਂਡੇਸ਼ਨ ਜਿਹੜਾ ਇਹ ਬਿਹਾਰੀ ਪੁਰਸਕਾਰ ਦਿੰਦੀ ਹੈ, ਇਹ ਪੁਰਸਕਾਰ ਦਿੰਦੀ ਹੈ ਟੂ ਦੀ ਐਮੀਨੈਂਟ ਆਥਰਸ ਆਫ ਰਾਜਸਥਾਨ ਬੈਕਗਰਾਊਂਡ, ਯਾਨੀ ਕਿ ਜਿਹੜੇ ਰਾਜਸਥਾਨ ਦੇ ਆਥਰਸ ਹੈਗੇ ਹੈ ਉਹ ਦੋ ਲੈਂਗੁਏਜਿਸ, ਜਾਂ ਤਾਂ ਹਿੰਦੀ ਦੇ ਵਿੱਚ ਉਹਨਾਂ ਨੇ ਕੋਈ ਆਪਦਾ ਆਰਟੀਕਲ ਲਿਖਿਆ ਜਾਂ ਜਿਹੜਾ ਕੋਈ ਆਪਦਾ ਉਪਨਿਆਸ ਜਾਂ ਕੋਈ ਲਿਖੀ ਹੈ ਬੁੱਕ ਹਿੰਦੀ ਦੇ ਵਿੱਚ ਜਾਂ ਰਾਜਸਥਾਨੀ ਦੇ ਵਿੱਚ। ਸਿਰਫ ਇਹ ਦੋ ਲੈਂਗੁਏਜਿਸ ਵਾਸਤੇ ਜਿਹੜਾ ਹੈ ਉਹ ਕੇ ਬਿਰਲਾ ਫਾਊਂਡੇਸ਼ਨ ਦੁਆਰਾ ਜਿਹੜਾ ਸਨਮਾਨ ਹੈ ਬਿਹਾਰੀ ਪੁਰਸਕਾਰ ਉਹ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਸੋ ਇਹ ਪੁਰਸਕਾਰ ਇੱਥੋਂ ਦੀ ਹਿੰਦੀ ਤੇ ਰਾਜਸਥਾਨੀ ਵਾਸਤੇ। ਠੀਕ ਹੈ ਜੀ। ਇੱਕ ਹੁੰਦਾ ਵਿਆਸ ਸਨਮਾਨ, ਦੂਸਰਾ ਕਿਹੜਾ ਹੁੰਦਾ ਹੈ ਜਿਹੜਾ ਕੇ ਬਿਰਲਾ ਫਾਊਂਡੇਸ਼ਨ ਇੱਕ ਤਾਂ ਬਿਹਾਰੀ ਪੁਰਸਕਾਰ ਦਿੰਦੀ ਹੈ, ਇੱਕ ਦਿੰਦੀ ਹੈ ਕਿਹੜਾ ਵਿਆਸ सम्मान, तीसरा ਕਿਹੜਾ ਹੈ? ਚਲੋ ਨੈਕਸਟ ਕੁਐਸਚਨ। Which state of India has recently launched a fact checking website and Twitter account? ਇਹਨਾਂ ਚੋਂ ਕਿਹੜੀ ਸਟੇਟ ਹੈ ਇੰਡੀਆ ਦੀ ਜਿਹਨੇ ਰੀਸੈਂਟ ਦੇ ਵਿੱਚ ਇੱਕ ਫੈਕਟ ਚੈਕਿੰਗ ਵੈਬਸਾਈਟ ਤੇ ਟਵਿੱਟਰ ਅਕਾਊਂਟ ਜਿਹੜਾ ਹੈ ਉਹ ਜਾਰੀ ਕੀਤਾ ਹੈ? A ਮੱਧ ਪ੍ਰਦੇਸ਼, B ਗੁਜਰਾਤ, C ਆਂਧਰਾ ਪ੍ਰਦੇਸ਼ ਜਾਂ D ਤੇਲੰਗਾਨਾ। ਸੋ ਕਿਹਨਾਂ ਨੇ ਜਾਰੀ ਕੀਤਾ ਜੀ ਇੱਕ ਫੈਕਟ ਚੈਕਿੰਗ ਵੈਬਸਾਈਟ ਤੇ ਟਵਿੱਟਰ ਅਕਾਊਂਟ? ਸੋ ਥੋੜਾ ਜਿਹਾ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। ਉਹਦੇ ਚ ਇਹ ਹੈ ਕਿ ਇਸ ਅਕਾਊਂਟ ਦੇ ਜਰੀਏ ਸਰਕਾਰ ਜਿਹੜੀ ਹੈ ਉਹ ਓਬਵੀਅਸਲੀ ਗੱਲ ਹੈ ਫੇਕ ਨਿਊਜ਼ ਤੋਂ ਜਾਂ ਹੋਰ ਹੈ ਉਸ ਤੋਂ ਨਾਗਰਿਕ ਵੀ ਪਰੇਸ਼ਾਨ ਹੈ, ਕਾਫੀ ਹੱਦ ਤੱਕ ਸਰਕਾਰ ਵੀ ਜਿਹੜੀ ਹੈ ਉਹ ਪਰੇਸ਼ਾਨ ਹੋ ਜਾਂਦੀ ਹੈ। ਅਗਰ ਆਪਾਂ ਉਹਦੇ ਬਾਰੇ ਗੱਲ ਕਰੀਏ ਤਾਂ ਇੱਕ ਸਟੇਟ ਹੈ ਇਹਨਾਂ ਚਾਰਾਂ ਚੋਂ ਜਿਨ੍ਹਾਂ ਦੇ ਸੀਐਮ ਨੇ ਇਹ ਫੈਕਟ ਚੈਕਿੰਗ ਵੈਬਸਾਈਟ ਤੇ ਟਵਿੱਟਰ ਅਕਾਊਂਟ ਲਾਂਚ ਕੀਤਾ ਹੈ, ਜਿੰਦੇ ਤਹਿਤ ਉਹਨਾਂ ਨੇ ਕਿਹਾ ਕਿ ਅਗਰ ਗਵਰਨਮੈਂਟ ਦੀ ਕਿਸੇ ਵੈਲਫੇਅਰ ਸਕੀਮ ਬਾਰੇ ਤੁਸੀਂ ਕੋਈ ਡਾਟਾ ਬਾਰੇ ਜਾਣਕਾਰੀ ਲੈਣੀ ਹੈ, ਤੁਸੀਂ ਉਹਦੇ ਜਿਹੜੇ ਵੀ ਬੈਨੀਫਿਸ਼ਰੀਜ਼ ਹੈ ਉਹਨਾਂ ਬਾਰੇ ਜਾਣਕਾਰੀ ਲੈਣੀ ਹੈ, ਤਾਂ ਤੁਸੀਂ ਇਸ ਫੈਕਟ ਚੈਕਿੰਗ ਵੈਬਸਾਈਟ ਜਾਂ ਟਵਿੱਟਰ ਅਕਾਊਂਟ ਤੇ ਜਿਹੜਾ ਹੈ ਉਹ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਅਗਰ ਆਪਾਂ ਇਹਦੇ ਕੁਐਸਚਨ ਦੀ ਗੱਲ ਕਰੀਏ ਤਾਂ ਆਈ ਹੋਪ ਤੁਹਾਨੂੰ ਇਹ ਕੁਐਸਚਨ ਤੁਸੀਂ ਜਵਾਬ ਦੇ ਵੀ ਰਹੇ ਹੋ, ਮਿਲੇ ਜੁਲੇ ਜਵਾਬ ਹੈ। ਸੋ ਇਹ ਕੁਐਸਚਨ ਹੈ ਜੀ ਆਂਧਰਾ ਪ੍ਰਦੇਸ਼, ਆਨਸਰ ਹੈ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੇ ਜਿਹੜੇ ਸੀਐਮ ਹੈ ਉਹਨਾਂ ਨੇ ਇਹ ਫੈਕਟ ਚੈਕਿੰਗ ਵੈਬਸਾਈਟ ਤੇ ਟਵਿੱਟਰ ਅਕਾਊਂਟ ਨੂੰ ਜਾਰੀ ਕੀਤਾ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਹੈਜ਼ ਪਾਰਟਨਰਡ ਵਿਦ which bank to launch RuPay soft POS recently? ਸੋ NPCI ਜਿਹੜੀ ਕਿ ਇੱਕ ਪੇਮੈਂਟ ਅੰਬਰੇਲਾ ਕਾਉਂਸਿਲ ਹੈ ਇੰਡੀਆ ਦੀ, ਉਹਨਾਂ ਨੇ ਕਿਹੜੇ ਬੈਂਕ ਨਾਲ ਟਾਈ ਅਪ ਕਰਕੇ ਰੂਪੇ ਸੌਫਟ POS ਜਾਰੀ ਕੀਤਾ ਹੈ? ਸਟੇਟ ਬੈਂਕ ਆਫ ਇੰਡੀਆ ਨਾਲ, ICICI ਨਾਲ, HDFC ਨਾਲ ਜਾਂ ਐਕਸਿਸ ਬੈਂਕ ਨਾਲ? NPCI ਨੇ ਕਿਹੜੇ ਇਹਨਾਂ ਨਾਲ ਜਿਹੜਾ ਹੈ ਉਹ ਬੈਂਕ ਨਾਲ
टाई अप किया है रुपे सॉफ्ट POS वास्ते। रुपे सॉफ्ट POS बारे दसा तो इहदे तहत जिहड़ा है वो कॉन्टैक्टलैस पेमेंट हो सकती है ₹5000 तक की। सो ये जिहड़ा टाई अप किया जी, ये टाई अप किया SBI दे नाल। SBI नाल टाई अप किया NPCI ने। NPCI जिहड़ी एक ऑर्गेनाइजेशन है, इहदी फॉर्मेशन हुई सी 2008 दे विच। RBI के अंडर काम करता है। ओबवियस गल ही है, इंडिया के जिन्नियां भी रिटेल पेमेंट का ट्रांसफर होंदा है एक जगह तो दूसरी जगह तक, ठीक है जी, चाहे वो नैशनल फाइनैंशियल स्विच ही क्यों ना हो, ये सब जिहड़ा है ये नैशनल पेमेंट कारपोरेशन ऑफ इंडिया के अंडर आता है। सो ये गल है जी रुपे सॉफ्ट POS की। इत्थे मेरा एक छोटा जिहा क्वेश्चन है, ओरा क्रैडिट कार्ड फैसिलिटी, ये इन्हां चों किहड़ी, इन्हां अगर आ चारों ऑप्शन होण तां ओरा क्रैडिट कार्ड फैसिलिटी जिहड़ी है वो किहड़े बैंक ने जारी की है? तो इहदा जवाब आएगा जी एक्सिस बैंक। नेक्स्ट, बेसिक लॉ एक्ट्स एज ए मिनी कॉन्स्टिट्यूशन फॉर विच ऑफ द फॉलोइंग कंट्री? चाइना, इंडिया, हांगकांग या पाकिस्तान? तो बेसिक लॉ जिहड़ा है एक आपां कहिए कि बेसिक लॉ एक मिनी कॉन्स्टिट्यूशन की तरह काम करता है। इन्हां चों किहड़ी कंट्री दे विच? चाइना दे विच काम करता है, इंडिया दे विच, हांगकांग दे विच या पाकिस्तान दे विच? सो इनका सही आंसर है हांगकांग। मिनी कॉन्स्टिट्यूशन है उन्होंने एक बेसिक लॉ। बेसिक लॉ के अंडर की चीज आती है कि एक नेशन, लेकिन उत्थे दो अगर आप कहिए सरकारां दी गल मन्नी जाएगी, एक उन्होंने आप दी सरकार हांगकांग दे विच, दूसरी चाइना दी। इहदे च जिहड़ा कोई थोड़ा बहुत ये न्यूज़ की आई सीगी कि थोड़ा बहुत भी जिहड़ी डेमोक्रेसी की कोई उम्मीद सीगी हांगकांग दे विच, चाइना ने वो भी खत्म करती, क्योंकि हुण हांगकांग कोई भी डिसीजन जिहड़ा है वो मोनोटोनस होके या कोई भी छोटा तो छोटा डिसीजन भी वो चाइना तो पूछे बिना नहीं ले सकता। हांगकांग की अगर आप गल करिए तो ये एक SAR है चाइना का, स्पैशल एडमिनिस्ट्रेटिव रीजन है किंदा? चाइना का। ते किहड़े ईयर दे विच ये होया? 1997। एक ईयर तुसीं याद रखना है, क्वेश्चन बन सकता है। 1997 दे विच यूके ने हांगकांग नू चाइना नू हैंडओवर किया सीगा ते चाइना ने उदों तो ही इहनू आपदा SAR बना के रखिया होया है, स्पैशल एडमिनिस्ट्रेटिव रीजन। नेक्स्ट, इंडिया हैज साइंड अ पैक्ट विद विच कंट्री फॉर द सेल ऑफ ब्रह्मोस मिसाइल? ब्रह्मोस मिसाइल दी सेलिंग वास्ते इंडिया ने इन्हां चों किहड़ी कंट्री नाल पैक्ट मीनस एग्रीमेंट साइन किया है? जापान, फिलीपींस, सिंगापुर या बांग्लादेश? जापान, फिलीपींस, सिंगापुर या बांग्लादेश? ब्रह्मोस मिसाइल का मतलब है ब्रह्मपुत्रा ते मोसिकावा। ब्रह्मपुत्रा इंडिया की रिवर है, मोसिकावा रशिया की रिवर है। इंडिया ते रशिया ने आपस में मिलके जिहड़ा है ये मिसाइल बनाई सीगी। सो इस मिसाइल की हुण इंडिया सेलिंग करेगा। इन्हां चों किहड़ी कंट्री नूं? वो कंट्री है फ्रेंड्स फिलीपींस। फिलीपींस कंट्री नूं इंडिया ब्रह्मोस मिसाइल सेल करेगा। तो इत्थे आप गल करते हैं बाकी कंट्रीज की। अगर आप जापान की गल करते हैं, जापान न्यूज़ दे विच है दो कारणों करके जिहड़ा है इंडिया ने MOU साइन किया है। अगर आप पैक्ट की ही गल करिए तो इंडिया ने पैक्ट साइन किया है ICT, इंफॉर्मेशन एंड कम्युनिकेशन टैक्नोलॉजी, जिन्होंं आप 5G भी कह सकते हैं, इंडिया ने इन्हां नाल टाई अप किया है। दूसरा अगर आप टाई अप की गल करिए तो इंडिया ने इन्हां नाल टाई अप किया है ट्रेनिंग ऑफ स्किल्ड वर्कर। ट्रेनिंग ऑफ स्किल्ड वर्कर इस फील्ड दे विच इंडिया ने जापान नाल टाई अप किया है। ठीक है जी, वो गल पुरानी होगी, काफ़ी बारी तुहानूं मैं कही हुई है। जापान न्यूज़ दे विच है क्योंकि वो 2023 तक वुडन सैटेलाइट्स लॉन्च करेगा, बट ये पुरानी है, हुण नवीं न्यूज़ आ गई। फिर अगर आप सिंगापुर की गल करिए, सिंगापुर न्यूज़ दे विच है क्योंकि वर्ल्ड इकोनॉमिक फोरम की जिंदे हर वारी जिहड़ी डेवोस स्विट्जरलैंड दे विच इहदी एनुअल समिट होंदी है, लेकिन इस बारी जिहड़ी वो एनुअल समिट है वो जून 2021 दे विच सिंगापुर दे विच होएगी। सिर्फ सैकेंड इंस्टांस होएगा जदों ये समिट डेवोस तो किते बाहर हो रही है। पहली बारी हुई सी जदों अमेरिका दे विच 9/11 के हमले होए सीगे, उदों वर्ल्ड इकोनॉमिक समिट उन्होंने ट्रिब्यूट करते हुए अमेरिका दे विच हुई सीगी। दूजी बारी सिर्फ ये वर्ल्ड इकोनॉमिक समिट जिहड़ी है वो डेवोस स्विट्जरलैंड तो बाहर किते हो रही है, इस बारी जून 2021 दे विच। बांग्लादेश अगर आप पैक्ट की गल कर रहे हैं तो बांग्लादेश ने जिहड़ा है वो पैक्ट साइन किया है प्रेफरेंशियल ट्रेड एग्रीमेंट। हिस्टरी दे विच पहली बारी प्रेफरेंशियल ट्रेड एग्रीमेंट बांग्लादेश ने साइन किया है किसी कंट्री नाल, ते वो कंट्री है भूटान। सो ये तुसीं ध्यान च रखो। नेक्स्ट, PM मोदी इनोग्रेटेड द मैत्री सेतु ब्रिज बिटवीन इंडिया एंड विच अनदर कंट्री?
पीएम मोदी जी ने एक मैत्री सेतु ब्रिज की जिहड़ी है वो इनोग्रेशन की है इंडिया ते किहड़ी अदर कंट्री जिहड़ी है उहदे नाल? श्रीलंका, म्यांमार, नेपाल या बांग्लादेश? किन्ना नाल कीता जी पीएम मोदी जी ने मैत्री सेतु ब्रिज की जिहड़ी है इंडिया तो उस देश के रस्ते दे विचाले ये ब्रिज आएगा। सो की जवाब आएगा इहदा? 5 सेकंड्स लो। सो जवाब आएगा जी इहदा 5 4 3 2 1। द राइट आंसर इज बांग्लादेश। इंडिया दे त्रिपुरा तो बांग्लादेश तक दे बॉर्डर दे विच जिहड़ा है एक ब्रिज है जिसका नाम है मैत्री सेतु। सो ये न्यूज़ दे विच है। श्रीलंका न्यूज़ दे विच है क्योंकि इंडिया ने इन्हां नाल एक करंसी स्वैप एग्रीमेंट CSA करंसी स्वैप एग्रीमेंट किया है 400 मिलियन US डॉलर का। ठीक है जी। म्यांमार न्यूज़ दे विच है ड्यू टू इट्स कूप जिहड़ा कि तख्ता पलटी हुई सीगी उस करके। दूसरा ये न्यूज़ दे विच है जी सितवे पोर्ट करके। इंडिया उत्थे एक सितवे पोर्ट जिहड़ा है उत्थे बना रहा है जिन्होंने कलादान प्रोजैक्ट कलादान रिवर नाल जोड़िया जाएगा। कलादान प्रोजैक्ट भी इनू ही कहते हैं। ठीक है। नेपाल मेन किस करके न्यूज़ दे विच है वो मैं तुहानूं दस ही दिता सीगा 44.71 नेपलीज रुपीज। नेपाल न्यूज़ दे विच है क्योंकि नेपाल दे विच दुनिया की सब तो ऊंची चोटी है माउंट एवरेस्ट। माउंट एवरेस्ट है जिन्होंने नेपाल दे विच सागर माथा कहते हैं। इनकी ऊंचाई है 8848 मीटर। बट रीसेंट दे विच जदों इन्होंने चाइना नाल मिल के इस दी जिहड़ी ऊंचाई दोबारा मापी तो हुण ऊंचाई आ रही है 8848.8 मीटर। तो 0.8 मीटर जिहड़ा है इनकी ऊंचाई वध गई है। बांग्लादेश काफी करना करके न्यूज़ दे विच है जो मैं तुहानूं टाइम टू टाइम दस ही रहा। Which of the following state has launched night safari in its 3 national parks recently? So night safari इन्हां चों जिहड़ा है वो किहड़ी स्टेट ने लॉन्च किया है? मध्य प्रदेश, उड़ीसा, जम्मू एंड कश्मीर या गुजरात? स्टेट या यूनियन टेरेटरी कर लो इत्थे। किहड़ी स्टेट या यूनियन टेरेटरी ने लॉन्च किया है नाइट सफारी? किहड़ी स्टेट है जी इन्हां चों? तो वो स्टेट है दोस्तों मध्य प्रदेश। मध्य प्रदेश ने आपके 3 नैशनल पार्क दे विच किहड़े-किहड़े 3 नैशनल पार्क है? बांधवगढ़ नैशनल पार्क, कान्हा नैशनल पार्क, कान्हा नैशनल ते पेंच नैशनल पार्क। ये 3 जिहड़े नैशनल पार्क है बांधवगढ़, कान्हा, पेंच नैशनल पार्क। इन्हां तीनां दे विच नाइट सफारी की है कि तुसीं रात नूं भी जिहड़ा है वो इत्थे जाके इस नैशनल पार्क दे विच तरह तरह के जिहड़े एनीमल्स है उन्हां नूं साइट कर सकते हो। इस तो पहला बांधवगढ़ नैशनल पार्क सीगा जिथे हॉट एयर बैलून सफारी भी जिहड़ी है वो लॉन्च की गई सी जिहड़ी सिर्फ अफ्रीका दे विच होंदी है। हॉट एयर बैलून सफारी इंडिया दे विच पहली बारी ये बांधवगढ़ नैशनल पार्क दे विच लॉन्च की गई सी। ये अज तो 6 महीने पहला का क्वेश्चन है। बांधवगढ़ नैशनल पार्क। कान्हा नैशनल पार्क की गल करिए तो कान्हा नैशनल पार्क मध्य प्रदेश का लार्जेस्ट नैशनल पार्क है। मध्य प्रदेश का लार्जेस्ट नैशनल पार्क कान्हा नैशनल पार्क। मध्य प्रदेश वो स्टेट है अगर आप वाइल्ड लाइफ की गल करिए तो सब तो ज्यादा नैशनल पार्क है मध्य प्रदेश के सब तो ज्यादा नंबर ऑफ टाइगर्स मध्य प्रदेश के है 526 ते सब तो ज्यादा जिहड़ी लेपर्ड है वो भी मध्य प्रदेश के हैगी है। ते अगर आप पेंच नैशनल पार्क की गल करिए तो पेंच नैशनल पार्क वो नैशनल पार्क है जिथे रुडयार्ड किपलिंग नूं जंगल बुक लिखण की प्रेरणा मिली सी। जंगल बुक जिहदे ते फिल्म भी आई हुई है। मिस्टर सेठी जिहड़े बाल कलाकार है उन्होंने इहदे च एक्ट किया सीगा। रुडयार्ड किपलिंग ने लिखी सी जंगल बुक पेंच नैशनल पार्क तो प्रभावित होके। नेक्स्ट, which city's municipal corporation has been awarded with the national award for pure water supply by Indian Water Works Association? Indian Water Works Association दी जारी एक सूची के अनुसार एंड इंडिया की केड़ी सिटी दी म्यूनिसिपल कॉरपोरेशन है जिन्हों एक नैशनल अवार्ड मिले फॉर इट्स वाटर प्योरिटी? उस रिपोर्ट के कहा गया कि एस म्यूनिसिपल कॉरपोरेशन जो पानी सप्लाई करती है वो 99.5% जिहड़ा है वो बिल्कुल प्योर है। सो अगर आप गल करिए तो केड़ी सिटी दी म्यूनिसिपल कॉरपोरेशन है जिन्हें ये कारनामा कर दिखाया है तो जिन्हें जिहड़ा है ये अवार्ड जीते है। सो वो सिटी है दोस्तों मुंबई दी BMC का नाम तुसीं काफी सुनिया होगा। सो BMC जिहड़ी है वो इस मामले दे विच टॉप ते आई है। अगर आप बाकी सिटीज की गल करिए वो क्यों न्यूज़ दे विच हैगी है। अगर आप हैदराबाद की गल करिए तो हैदराबाद बनी है ट्री सिटी ऑफ द वर्ल्ड 2020। तो हैदराबाद ता करके न्यूज़ दे विच है।
ਹੋਸ਼ੰਗਾਬਾਦ ਦੀ ਗੱਲ ਕਰੀਏ ਤਾਂ ਹੋਸ਼ੰਗਾਬਾਦ ਐਮਪੀ ਦੇ ਵਿੱਚ ਹੈ ਤੇ ਐਮਪੀ ਗਵਰਨਮੈਂਟ ਨੇ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਸੈਂਟਰ ਗਵਰਨਮੈਂਟ ਨੂੰ ਭੇਜਿਆ ਕਿ ਹੋਸ਼ੰਗਾਬਾਦ ਦਾ ਦੁਬਾਰਾ ਤੋਂ ਫੇਰ ਨਾਮ ਕੀ ਕੀਤਾ ਜਾਵੇ, ਨਰਮਦਾਪੁਰਮ। ਜਿਹੜਾ ਇਤਿਹਾਸ ਦੇ ਵਿੱਚ ਬਹੁਤ ਮਤਲਬ ਸੈਂਕੜੋ ਸਾਲ ਪਹਿਲਾਂ ਇਹਦਾ ਨਾਮ ਸੀ ਨਰਮਦਾਪੁਰਮ, ਸੋ ਦੁਬਾਰਾ ਇਹਦਾ ਨਾਮ ਨਰਮਦਾਪੁਰਮ ਕੀਤਾ ਜਾਵੇ। ਵਿਜੈਨਗਰ ਦੀ ਗੱਲ ਕਰੀਏ ਤਾਂ ਵਿਜੈਨਗਰ ਵਾਜ਼ ਇਨ ਨਿਊਜ਼ ਕਿਉਂਕਿ ਰੀਸੈਂਟਲੀ ਇਹਨੂੰ 31st ਡਿਸਟ੍ਰਿਕਟ ਬਣਾਇਆ ਗਿਆ ਹੈ, ਕਿੱਥੋਂ ਦੀ, ਕਰਨਾਟਕਾ ਦੀ। Okay, next. Swiss Open champion Carolina Marin hailed from which of the following country? Sweden, Denmark, Spain ਜਾਂ Norway। ਜਦੋਂ ਆਪਾਂ ਗੱਲ ਕਰ ਰਹੇ ਸੀਗੇ ਟੈਨਿਸ ਦੀ ਉਦੋਂ ਆਪਾਂ ਗੱਲ ਕੀਤੀ ਸੀ ਬੈਡਮਿੰਟਨ ਦੀ ਵੀ। ਬੈਡਮਿੰਟਨ ਦੇ ਵਿੱਚ ਆਪਾਂ ਕਿਹਾ ਸੀਗਾ ਕਿ ਰੀਸੈਂਟ ਦੇ ਵਿੱਚ ਥਾਈਲੈਂਡ ਓਪਨ ਹੋਇਆ, ਉਹ ਕਿਹਨਾਂ ਨੇ ਜਿੱਤਿਆ ਉਹ ਵੀ ਮੈਂ ਤੁਹਾਨੂੰ ਦੱਸਿਆ। ਫਿਰ ਹੁਣੇ ਰੀਸੈਂਟ ਦੇ ਵਿੱਚ ਸਵਿਸ ਓਪਨ ਹੋਇਆ ਜਿਹਨੂੰ ਕੈਰੋਲੀਨਾ ਮਾਰੀਨ ਨੇ ਜਿੱਤਿਆ, ਕਿਹਨਾਂ ਨੂੰ ਹਰਾ ਕੇ, ਪੀਵੀ ਸਿੰਧੂ ਨੂੰ ਹਰਾ ਕੇ। ਫਾਈਨਲ ਦੇ ਵਿੱਚ ਬਿਲਕੁਲ ਇੱਕ ਤਰਫਾ ਜਿਹੜਾ ਮੈਚ ਹੋਇਆ ਕੈਰੋਲੀਨਾ ਮਾਰੀਨ ਜਿੱਤੀ ਤੇ ਹਿਸਟਰੀ ਨੇ ਆਪਦੇ ਆਪ ਨੂੰ ਦੁਹਰਾਇਆ ਕਿਉਂਕਿ ਲਾਸਟ ਅਗਰ ਆਪਾਂ ਰੀਓ 올림픽 ਦੀ ਗੱਲ ਕਰੀਏ ਉਹਦੇ ਵਿੱਚ ਵੀ ਕੈਰੋਲੀਨਾ ਮਾਰੀਨ ਹੀ ਜਿਹੜਾ ਹੈ ਉਹਨਾਂ ਨੇ ਪੀਵੀ ਸਿੰਧੂ ਨੂੰ ਹਰਾਇਆ ਸੀਗਾ, ਤਾਂ ਕਰਕੇ ਪੀਵੀ ਸਿੰਧੂ ਨੂੰ ਸਿਲਵਰ ਮੈਡਲ ਆਇਆ ਸੀਗਾ। ਸੋ ਕੈਰੋਲੀਨਾ ਮਾਰੀਨ ਕਾਫੀ ਨਿਊਜ਼ ਦੇ ਵਿੱਚ ਹੈਗੇ ਆ ਇਸ ਕਰਕੇ। ਸੋ ਕੈਰੋਲੀਨਾ ਮਾਰੀਨ ਇਹਨਾਂ ਚੋਂ ਕਿਹੜੀ ਕੰਟਰੀ ਦੇ ਪਲੇਅਰ ਹੈਗੇ ਆ? ਸਵੀਡਨ ਦੇ ਹੈ, ਡੈਨਮਾਰਕ ਦੇ ਹੈ, ਸਪੇਨ ਦੇ ਹੈ ਜਾਂ ਨੋਰਵੇ ਦੇ ਹੈ? ਆਨਸਰ ਆਏਗਾ ਸ਼ੀ ਇਜ਼ ਫਰੋਮ ਸਪੇਨ। ਸਪੇਨ ਤੋਂ ਹੈਗੀ ਹੈ ਕੈਰੋਲੀਨਾ ਮਾਰੀਨ। ਇਹੀ ਆਪਸ਼ਨ ਦੇ ਕੇ ਮੰਨ ਲਓ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਾਂ, ਉਹ ਕੁਐਸਚਨ ਇਹ ਹੈ ਕਿ ਵਰਲਡ ਦੀ ਉਹ ਪਹਿਲੀ ਕੰਟਰੀ ਕਿਹੜੀ ਹੈ ਜਿਨੇ ਫਸਟ ਟਾਈਮ ਜਿਹੜਾ ਹੈ ਜਾਂ ਵਰਲਡ ਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਇੱਕ ਆਰਟੀਫੀਸ਼ੀਅਲ એનર્ਜੀ ਆਇਰਲੈਂਡ ਬਣਾਇਆ ਹੈ। ਸੋ ਆਰਟੀਫੀਸ਼ੀਅਲ એનર્ਜੀ ਆਇਰਲੈਂਡ ਬਣਾਇਆ ਇਹਨਾਂ ਚੋਂ ਡੈਨਮਾਰਕ ਨੇ। ਨੈਕਸਟ, Women Will web platform to support 1 million rural women of India has been launched by which of the following company? Women Will ਇੱਕ ਵੈਬ ਪਲੇਟਫਾਰਮ ਹੈ ਜਿਹੜਾ ਕਿ ਸਪੋਰਟ ਕਰੇਗਾ 10 ਲੱਖ ਰੂਰਲ ਵੀਮੈਨ ਨੂੰ, ਇੰਡੀਆ ਦੀਆਂ ਨੂੰ, ਉਹਨਾਂ ਦੇ ਬਿਜ਼ਨਸ ਵਗੈਰਾ ਸੈੱਟ ਜਾਂ ਸਟਾਰਟਅਪ ਕਰਨ ਵਾਸਤੇ। ਉਹ ਇਹਨਾਂ ਚੋਂ ਕਿਹੜੀ ਕੰਪਨੀ ਨੇ ਲਾਂਚ ਕੀਤਾ ਹੈ? ਫੇਸਬੁੱਕ, ਗੂਗਲ, ਐਮਾਜ਼ਨ ਜਾਂ ਮਾਈਕਰੋਸਾਫਟ? ਫੇਸਬੁੱਕ ਨੇ ਕੀਤਾ ਹੈ, ਗੂਗਲ ਨੇ ਕੀਤਾ ਹੈ, ਐਮਾਜ਼ਨ ਨੇ ਕੀਤਾ ਹੈ ਜਾਂ ਮਾਈਕਰੋਸਾਫਟ ਨੇ ਕੀਤਾ ਹੈ? ਸੋ ਇਹ ਕੀਤਾ ਜੀ ਅਲਫਾਬੈਟ ਕੰਪਨੀ ਜਿਹਦੀ ਪੇਰੈਂਟ ਕੰਪਨੀ ਹੈ ਗੂਗਲ, ਠੀਕ ਹੈ ਜੀ। ਸੁੰਦਰ ਪਿਚਾਈ ਜਿੰਦੇ CEO ਹੈਗੇ ਆ। ਸੋ ਗੂਗਲ ਨੇ ਜਿਹੜਾ ਹੈ ਇਹ ਵੀਮੈਨ ਵਿਲ ਦਾ ਪਲੇਟਫਾਰਮ ਲਾਂਚ ਕੀਤਾ ਹੈ। ਇਹ ਇੰਟਰਨੈਸ਼ਨਲ ਵੀਮੈਨ ਡੇ ਦੇ ਨਾਲ ਰਿਲੇਟਡ ਕੁਐਸਚਨ ਸੀਗਾ। ਗੂਗਲ ਨੇ ਲਾਂਚ ਕੀਤਾ ਹੈ ਵੀਮੈਨ ਵਿਲ ਵੈਬ ਪਲੇਟਫਾਰਮ। Which of the following bank in India has launched Smart Up Unnati for women entrepreneurs? ਸੋ ਇੱਕ ਹੋਰ ਕੁਐਸਚਨ ਜਿਹੜਾ ਕਿ ਇੰਟਰਨੈਸ਼ਨਲ ਵੀਮੈਨ ਡੇ ਨਾਲ ਰਿਲੇਟਡ ਹੈ, ਇਹਨਾਂ ਚੋਂ ਕਿਹੜਾ ਬੈਂਕ ਹੈ ਜਿਨ੍ਹਾਂ ਨੇ ਵੀਮੈਨ ਐਂਟਰਪ੍ਰੀਨਿਓਰਸ ਨਾਲ ਰਿਲੇਟ ਕਰਦਾ ਹੋਇਆ ਇੱਕ ਜਿਹੜਾ ਇਨੀਸ਼ੀਏਟਿਵ ਹੈ ਸਮਾਰਟ ਅਪ ਉਨਤੀ ਉਹ ਲਾਂਚ ਕੀਤਾ ਹੈ। ਥੋੜਾ ਜਿਹਾ ਡਿਟੇਲ ਦੱਸਦਾ। ਇਸ ਦੇ ਤਹਿਤ ਉਸ ਬੈਂਕ ਦੀਆਂ ਜਿਹੜੀਆਂ ਸੀਨੀਅਰ ਆਫੀਸ਼ੀਅਲਸ ਹੈਗੀਆਂ ਜਿਹੜੀਆਂ ਫੀਮੇਲ ਹੈ ਉਹ ਇੰਡੀਆ ਦੀਆਂ ਜਾਂ ਇੰਡੀਆ ਦਾ ਹੀ ਬੈਂਕ ਹੈ ਵੈਸੇ ਤਾਂ, ਜਿਹੜਾ ਹੈ ਉਹ ਰੂਰਲ ਵੀਮੈਨ ਨਾਲ ਜਾਂ ਹੋਰ ਜਿਹੜੇ ਫੀਮੇਲ ਹੈ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਉਹਨਾਂ ਦੇ ਸਟਾਰਟਅਪ ਨੂੰ ਐਸਟੈਬਲਿਸ਼ ਕਰਨ ਦੇ ਵਿੱਚ ਹੈਲਪ ਕਰਨਗੀਆਂ। ਕੀ ਉਹ ਬੈਂਕ ਸਟੇਟ ਬੈਂਕ ਆਫ ਇੰਡੀਆ ਹੈ? ਕੀ ਉਹ ਬੈਂਕ ਐਕਸਿਸ ਬੈਂਕ ਹੈ? ਕੀ ਉਹ ਬੈਂਕ ICICI ਬੈਂਕ ਹੈ ਜਾਂ ਫਿਰ ਉਹ ਬੈਂਕ HDFC ਬੈਂਕ ਹੈ? ਤਾਂ ਉਹ ਬੈਂਕ ਹੈ ਦੋਸਤੋ HDFC ਬੈਂਕ। HDFC ਬੈਂਕ ਨੇ ਲਾਂਚ ਕੀਤਾ ਹੈ ਸਮਾਰਟ ਅਪ ਉਨਤੀ ਫॉर ਵੀਮੈਨ ਐਂਟਰਪ੍ਰੀਨਿਓਰਸ। Israel's president formally received the first ever envoy or ambassador from which country? ਇਜ਼ਰਾਈਲ ਦੇ ਪ੍ਰੈਜ਼ੀਡੈਂਟ ਮਿਸਟਰ ਰਿਵਲਿੰਗ ਜਿਨ੍ਹਾਂ ਦਾ ਨਾਮ ਹੈ, ਉਹਨਾਂ ਨੇ ਫਾਰਮਲੀ ਰਿਸੀਵ ਕੀਤਾ ਇਹਨਾਂ ਚੋਂ ਕਿਹੜੀ ਕੰਟਰੀ ਦੇ ਪਹਿਲੇ ਅੰਬੈਸਡਰ ਨੂੰ ਆਪਦੀ ਕੰਟਰੀ ਦੇ ਵਿੱਚ। ਸੋ ਪਹਿਲੀ ਵਾਰੀ ਉਸ ਕੰਟਰੀ ਦਾ ਕੋਈ ਅੰਬੈਸਡਰ ਜਾਂ ਕੋਈ ਐਨਵੋਏ ਇਜ਼ਰਾਈਲ ਦੇ ਵਿੱਚ ਆਇਆ ਹੈ। ਸੋ ਉਹ ਕੰਟਰੀ ਕਿਹੜੀ ਹੈ? UK ਹੈ, USA ਹੈ, UAE ਹੈ ਜਾਂ ਰਸ਼ੀਆ? UK, USA, UAE ਜਾਂ ਰਸ਼ੀਆ? ਕਿਹੜੀ ਕੰਟਰੀ ਹੈ ਜੀ ਉਹ ਕੰਟਰੀ ਹੈ ਫਰੈਂਡਸ UAE, ਯੂਨਾਈਟਿਡ ਅਰਬ ਐਮੀਰੇਟ, ਕਿਉਂਕਿ ਇਹਨਾਂ ਨੇ ਇਬਰਾਹਿਮ ਅਕੋਰਡ ਦੇ ਤਹਿਤ ਇਹ ਤੀਸਰੀ ਅਰੇਬਿਕ ਕੰਟਰੀ ਬਣੀ। ਇਜਿਪਟ ਜੋਰਡਨ ਤੋਂ ਬਾਅਦ ਤੀਸਰੀ ਕੰਟਰੀ ਬਣੀ ਸੀ UAE, ਜਿਨ੍ਹਾਂ ਨੇ ਇਜ਼ਰਾਈਲ ਨਾਲ ਆਪਦੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਹੈ ਉਹਨਾਂ ਨੂੰ ਸੁਧਾਰਨ ਲਈ ਇਬਰਾਹਿਮ ਅਕੋਰਡ ਜਿਹੜਾ ਹੈ ਉਹ ਸਾਈਨ ਕੀਤਾ। ਸੋ ਤਾਂ ਕਰਕੇ ਇਬਰਾਹਿਮ ਅਕੋਰਡ ਲਾਸਟ ਈਅਰ ਸਾਈਨ ਹੋਇਆ ਸੀ ਜਿਹਦੇ ਵਿੱਚ ਡੋਨਾਲਡ ਟਰੰਪ ਨੇ ਜਿਹੜੀ ਹੈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀਗੀ। ਈਵਨ ਵਰਡ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇੱਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਪਾਰਟ ਇਹ ਵੀ ਕਹਿ ਰਿਹਾ ਹੈ ਕਿ ਡੋਨਾਲਡ ਟਰੰਪ ਨੂੰ ਇਸ ਦੀ ਵਜ੍ਹਾ ਨਾਲ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈ। ਚਲੋ ਉਹ ਤਾਂ ਬਾਅਦ ਦੀ ਗੱਲ ਹੈ, ਲੇਕਿਨ ਉਹਨਾਂ ਨੇ ਇਬਰਾਹਿਮ ਅਕੋਰਡ ਜਿਹੜਾ ਹੈ ਉਹ ਸਾਈਨ ਕਰਵਾਇਆ ਸੀਗਾ UAE ਤੇ ਇਜ਼ਰਾਈਲ ਦੇ ਵਿਚਕਾਰ। ਤਾਂ ਕਰਕੇ UAE ਤੋਂ ਪਹਿਲੇ ਜਿਹੜੇ ਅੰਬੈਸਡਰ ਹੈ ਉਹ ਇਜ਼ਰਾਈਲ ਵੱਲ ਨੂੰ ਗਏ ਹੈ। ਹੁਣ ਇੱਥੇ ਮੇਰੇ ਫਟਾਫਟ ਦੇ ਵਿੱਚ ਤੁਹਾਡੇ 3 ਕੁਐਸਚਨ
क्वेश्चन है थोड़े तो जिहड़े तुसीं चैट दे विच फटाफट दसने है। पहला मेरा क्वेश्चन है, इन्हां चों किहड़ी कंट्री है जिन्हें आर्टिका M नाम का एक सैटेलाइट लॉन्च किया है, आर्टिका M। दूसरा मेरा क्वेश्चन है, इन्हां चों किहड़ी कंट्री है जिहड़ी कि COP26 एक समिट जिहड़ी है वो करवाएगी, COP20। चलो दो क्वेश्चन का जवाब ही दे दो। आर्टिका M, आर्टिका M फटाफट, पहला आर्टिका M, आर्टिका M किहड़ी कंट्री ने लॉन्च किया है? रशिया ने। COP26 कित्थे होएगी? जिहड़ी कि एनवायरमेंट समिट है यूनाइटेड किंगडम इंग्लैंड दे विच। नेक्स्ट, The Union Minister of Science and Technology, Earth Sciences, Minister of Health and Family Welfare, Dr. Harshvardhan, इन्होंने ने recently inaugurate किया Global Bio India 2021। एक केड़ा एडिशन सीगा Global Bio India 2021 दा, Global Bio India 2021, जिदे तहत इंडिया ने दिखाया कि बायोटैक्नोलॉजी का जिहड़ा है वो बहुत ज़्यादा पोटेंशियल, बहुत ज़्यादा स्कोप इंडिया दे विच हैगा। सो ये जिहड़ा एडिशन सीगा, ये किनवा एडिशन सीगा ग्लोबल बायो इंडिया 2021 का। सो ये एडिशन सीगा दोस्तों सैकेंड एडिशन डॉक्टर हर्षवर्धन जी ने रिसेंट दे विच इनोग्रेट जिहड़ा है वो कीता। नेक्स्ट, नेम द 6th टाइम वर्ल्ड चैंपियन हु हैज रिसेंटली बीन अपॉइंटेड एज द चेयरपर्सन ऑफ IBA चैंपियंस एंड वेटरन्स कमेटी। IBA की है इंटरनेशनल बॉक्सिंग एसोसिएशन, उनकी एक कमेटी है चैंपियंस एंड वेटरन कमेटी। उस कमेटी दे रीसेंट दे विच एक चेयरपर्सन बनाए गए जिहड़े 6 वारी दे वर्ल्ड चैंपियन है। वो इन्हां चों कौन हैगे है? विनेश फोगाट, मैरी कॉम, हिमा दास, साइना नेहवाल। तो कौन हैगी है जी? तो राइट आंसर इज मैरी कॉम। ऑब्वियस जी गल है, थोड़ी जी कॉमन सेंस लगानी सी कि अगर मुक्केबाजी दे कोई एक कमेटी हैगी है तो उनके हेड मुक्केबाजी होणगे। सो 6 वारी दे वर्ल्ड चैंपियन मैरी कॉम वो इहदे जिहड़े है वो चेयरपर्सन बनाए गए हैं। बाकियों की गल करिए, विनेश फोगाट की गल आप ऑलरेडी कर चुके हैं, एक हफ्ते दे विच 2 गोल्ड मैडल इन्होंने जीते। हिमा दास की अगर आप गल करिए तो हिमा दास इज पॉपुलर विद द नेम ऑफ ढिंग एक्सप्रैस। ये एक धावक हैगी है, स्प्रिंटर हैगी है इंडिया के जाने माने, जिन्हां दे नाम ते काफ़ी सारे जिहड़े नैशनल रिकॉर्ड्स भी हैगे है। ते रीसेंट की गल करिए तो असम गवर्नमेंट ने इन्हां नूं DSP की उपाधि दी है, हिमा दास। फिर अगर आप गल करिए साइना नेहवाल वाज ऑल्सो इन न्यूज़ बिकॉज इन्हां ते एक मूवी आ रही है जिसका नाम है साइना। तो इस मूवी दे विच जिहड़ा किरदार है वो निभाया परिणीति चोपड़ा ने। ओके जी, सो इनका जिहड़ा है टीजर भी ते जिहड़ा है वो ट्रेलर भी लॉन्च हो चुके हैं, तुसीं देख सकते हो। बड़ा मोटिवेशन मूवी है साइना नेहवाल। नेक्स्ट, वर्ल्ड हियरिंग डे इज सेलिब्रेटेड एवरी ईयर ऑन March 3। This year, that is 2021, which of the following organization has released first ever World Hearing Health Report on this day? ਇਹ क्वेश्चन ਆਪਾਂ पिछले वीकेंड ਦੇ ਵਿੱਚ शायद ਇਹ ਕੀਤਾ ਸੀਗਾ ਜਿਹੜਾ ਮੈਨੂੰ ਧਿਆਨ ਚ ਆ ਰਿਹਾ ਹੈ। ਸੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ WHO ਇਹਦਾ ਸਹੀ ਜਵਾਬ ਹੈ ਫਰੈਂਡਸ। WHO ਜਿਹੜਾ ਹੈ ਉਹ ਉਹਨੇ ਇੱਕ ਜਿਹੜੀ ਹੈ ਵਰਲਡ ਹੀਅਰਿੰਗ ਡੇ ਤੇ ਇੱਕ ਰਿਪੋਰਟ ਲਾਂਚ ਕੀਤੀ ਹੈ। ਉਸ ਰਿਪੋਰਟ ਦੇ ਮੁਤਾਬਿਕ ਜਿਹੜਾ ਹੈ ਉਹ ਇੰਡੀਆ ਦੇ ਵਿੱਚ 27,000 ਜਿਹੜੇ ਬੱਚੇ ਹੈ ਉਹ ਹੀਅਰਿੰਗ ਪ੍ਰੋਬਲਮ ਨਾਲ ਪੈਦਾ ਹੁੰਦੇ ਹੈ। India has opened energy office in which of the following country recently? इंडिया ने इन्हां चों किहड़ी कंट्री दे विच एक एनर्जी ऑफिस की एस्टैब्लिशमेंट जिहड़ी है वो कीती है? रशिया, फ्रांस, ऑस्ट्रेलिया या जापान? किहड़ी कंट्री दे विच कीती है जी एक एनर्जी ऑफिस की जिहड़ी है वो इनोग्रेशन? फटाफट। सो वो है जी रशिया, मॉस्को दे विच इंडिया ने एक एनर्जी ऑफिस की स्थापना की है। In which of the following state or union territory of India a Himalayan siro has been spotted for the first time? Himalayan siro ਜਿਹੜਾ ਕਿ ਇੱਕ ਗੋਟ ਤੇ ਹਿਰਨ ਦੇ ਵਿਚਕਾਰਲਾ ਜਾਂ ਮੇਲ ਹੁੰਦਾ ਹੈ, ਹਾਈਬ੍ਰਿਡ ਵੈਰਾਈਟੀ ਹੁੰਦੀ ਹੈ। ਸੋ ਉਹ ਪਹਿਲੀ ਵਾਰੀ ਕਿੱਥੇ ਸਪੋਰਟ ਕੀਤਾ ਗਿਆ ਹੈ? ਹਰਿਆਣਾ ਦੇ ਵਿੱਚ, ਜੰਮੂ ਐਂਡ ਕਸ਼ਮੀਰ ਦੇ ਵਿੱਚ, ਅਸਮ ਦੇ ਵਿੱਚ ਜਾਂ ਮੱਧ ਪ੍ਰਦੇਸ਼ ਦੇ ਵਿੱਚ? ਹਿਮਾਲयन ਸੀਰੋ ਕਿੱਥੇ ਸਪੋਰਟ ਕੀਤਾ ਗਿਆ ਹੈ? सो हिमालयन सीरो सपोर्ट किया गया जी असम के जंगलों के विच, असम। इंडिया हैज सेंट फर्स्ट कंसाइनमेंट ऑफ रेड राइस टू विच ऑफ द फॉलोइंग कंट्री रिसेंटली? इंडिया ने आपका पहला कंसाइनमेंट रेड राइस का, रेड राइस एक वैरायटी है जिहड़ी कि ब्रह्मपुत्रा
ਬ੍ਰਹਮਪੁੱਤਰਾ ਵੈਲੀ ਆਫ ਇੰਡੀਆ ਦੇ ਵਿੱਚ ਇਹ ਉਗਾਈ ਜਾਂਦੀ ਹੈ। ਇਹਦੇ ਵਿੱਚ ਆਇਰਨ ਦੀ ਕਾਫੀ ਜਿਹੜੀ ਅਧਿਕਤਾ ਹੁੰਦੀ ਹੈ ਤੇ ਇਹ ਬਿਨਾਂ ਕਿਸੇ ਕੈਮੀਕਲ ਫਰਟੀਲਾਈਜ਼ਰ ਤੋਂ ਇਹ ਵੈਰਾਈਟੀ ਦੀ ਜਿਹੜੀ ਕਲਟੀਵੇਸ਼ਨ ਹੈ ਉਹ ਕੀਤੀ ਜਾਂਦੀ ਹੈ। ਸੋ ਰੈੱਡ ਰਾਈਸ ਦੀ ਪਹਿਲੀ ਜਿਹੜੀ ਖੇਪ ਹੈ ਉਹ ਇੰਡੀਆ ਨੇ ਕਿਸੇ ਕੰਟਰੀ ਨੂੰ ਭੇਜੀ ਹੈ। ਇਹਨਾਂ ਚਾਰਾਂ ਚੋਂ ਕਿਹੜੀ ਕੰਟਰੀ ਹੈ? ਕੀ ਉਹ ਕੰਟਰੀ ਸਿੰਗਾਪੁਰ ਹੈ, ਕੀ ਉਹ ਕੰਟਰੀ ਯੂਐਸ ਹੈ, ਕੀ ਉਹ ਕੰਟਰੀ ਨੇਪਾਲ ਹੈ ਜਾਂ ਬਾंग्लादेश है? सिंगापुर, यूएस, नेपाल या बांग्लादेश। सो वो कंट्री है दोस्तों, वो कंट्री है यूएसए, यूनाइटेड स्टेट्स ऑफ अमेरिका ਨੂੰ ਇੰਡੀਆ ਨੇ ਪਹਿਲੀ ਰੈੱਡ ਰਾਈਸ ਦੀ ਜਿਹੜੀ ਖੇਪ ਹੈ ਉਹ ਭੇਜੀ ਹੈ। ਇੱਥੇ ਸਿੰਗਾਪੁਰ ਆ ਰਿਹਾ ਹੈ। ਸਿੰਗਾਪੁਰ ਵੀ ਇਸ ਮਾਮਲੇ ਦੇ ਵਿੱਚ ਨਿਊਜ਼ ਦੇ ਵਿੱਚ ਹੈ ਕਿਉਂਕਿ ਇੰਡੀਆ ਦੀ ਸਟੇਟ यूपी ਨੇ ਸਿੰਗਾਪੁਰ ਦੇ ਵਿੱਚ ਇੱਕ ਵੈਰਾਈਟੀ ਹੈ यूपी ਦੀ ਕਾਲਾ ਨਮਕ ਰਾਈਸ। ਸੋ ਕਾਲਾ ਨਮਕ ਰਾਈਸ ਜਿਹੜਾ ਹੈ ਉਹ ਭੇਜਿਆ ਇੰਡੀਆ ਨੇ ਜਾਂ यूपी ਨੇ ਸਿੰਗਾਪੁਰ ਨੂੰ। ਇਹ ਵੀ ਪਹਿਲੀ ਵਾਰੀ ਹੈ। ਸੋ ਰੈੱਡ ਰਾਈਸ ਵੀ ਪਹਿਲੀ ਵਾਰੀ ਭੇਜੇ ਗਏ। Which of the following country has become the first country to receive COVID-19 vaccine through COVAX facility of the world? So ਕੀ ਉਹ ਕੰਟਰੀ ਚਾਈਨਾ ਹੈ, ਘਾਨਾ ਹੈ, ਰਵਾਂਡਾ ਹੈ ਜਾਂ ਸਵੀਡਨ ਹੈ? ਇਹਨਾਂ ਚੋਂ ਕਿਹੜੀ ਕੰਟਰੀ ਹੈ ਵਰਲਡ ਦੀ ਜਿਹਨੂੰ COVID-19 ਦੀ ਵੈਕਸੀਨ ਮਿਲੂਗੀ ਕੋਵੈਕਸ ਫੈਸਿਲਿਟੀ ਦੇ ਥਰੂ? ਕੋਵੈਕਸ ਫੈਸਿਲਿਟੀ ਜਿਹੜੀ ਹੈ ਉਹ WHO ਨੇ ਗਾਵੀ ਨਾਲ ਮਿਲ ਕੇ ਬਣਾਈ ਹੈ। ਗਾਵੀ ਕੀ ਹੈ? ਗਲੋਬਲ ਅਲਾਈਅੰਸ ਔਨ ਵੈਕਸੀਨੇਸ਼ਨ ਐਂਡ ਇਮਿਊਨਾਈਜੇਸ਼ਨ, ਗਾਵੀ। ਸੋ ਗਾਵੀ ਜਿਹੜਾ ਹੈ ਉਹ ਸਨ 2000 ਦੇ ਵਿੱਚ ਬਣਿਆ ਸੀਗਾ। ਮੇਨ ਉਹਦਾ ਪਰਪਸ ਜਿਹੜਾ ਹੈ ਹੁਣ COVID-19 ਦੇ ਵਿੱਚ ਕੰਮ ਆ ਰਿਹਾ ਹੈ ਕਿ ਹਰ ਕੰਟਰੀ ਨੂੰ ਬਰਾਬਰ ਤੌਰ ਤੇ ਜਿਹੜਾ ਹੈ, ਚਾਹੇ ਉਹ ਗਰੀਬ ਕੰਟਰੀ ਹੈ ਚਾਹੇ ਉਹ ਮਿਡਲ ਇਨਕਮ ਕੰਟਰੀ ਹੈ, ਉਹਨੂੰ ਪ੍ਰੋਪਰਲੀ ਤੌਰ ਤੇ ਜਿਹੜੀਆਂ ਵੈਕਸੀਨ ਹੈ ਉਹ ਪਹੁੰਚਣ। ਸੋ ਇਹ ਕੰਟਰੀ ਬਣੀ ਹੈ ਜੀ ਘਾਨਾ, ਜਿਹਦੀ ਕੈਪੀਟਲ ਹੈ ਐਕਰਾ ਐਂਡ ਕਰੰਸੀ ਹੈ ਸੇਡਾਈ। ਸੋ ਇੱਥੇ ਇੱਕ ਕੁਐਸਚਨ ਮੈਂ ਤੁਹਾਨੂੰ ਹੋਰ ਪੁੱਛੂੰਗਾ, ਮੇ ਬੀ ਇਹ ਕੁਐਸਚਨ ਤੁਸੀਂ ਪਹਿਲਾਂ ਆਲਰੇਡੀ ਕੀਤਾ ਹੋਵੇ, ਲੇਕਿਨ ਇੱਥੇ ਮੇਰਾ ਇਸ ਦੇ ਨਾਲ ਇੱਕ ਰਿਲੇਟਡ ਕੁਐਸਚਨ ਹੈ। ਉਹ ਇਹ ਹੈ ਇਹਨਾਂ ਚਾਰਾਂ ਤੋਂ ਨਹੀਂ, ਵੈਸੇ ਦੋ ਹੀ ਕਵਾਂਗੇ, ਅਫਰੀਕਨ ਕੰਟਰੀ, ਉਹ ਪਹਿਲੀ ਅਫਰੀਕਨ ਕੰਟਰੀ ਕਿਹੜੀ ਹੈ ਜਿਹਨੇ ਫਾਈਜ਼ਰ ਵੈਕਸੀਨ ਨੂੰ ਆਪਦੇ ਦੇਸ਼ ਦੇ ਵਿੱਚ ਅਨੁਮਤੀ ਦਿੱਤੀ ਹੈ? ਫਾਈਜ਼ਰ ਵੈਕਸੀਨ ਨੂੰ ਅਨੁਮਤੀ ਦਿੱਤੀ ਹੈ ਰਵਾਂਡਾ ਨੇ। ਰਵਾਂਡਾ ਮੇਰਾ ਅਗਲਾ ਕੁਐਸਚਨ, ਰਵਾਂਡਾ ਦੀ ਕੈਪੀਟਲ ਕੀ ਹੈ? ਰਵਾਂਡਾ ਦੀ ਕੈਪੀਟਲ ਹੈ ਕਿਗਾਲੀ। Which of the following will be the venue for the final match of World Test Championship scheduled to take place in June 2021? ਸੋ ਤੁਹਾਨੂੰ ਪਤਾ ਹੈ ਇੰਡੀਆ ਇੰਗਲੈਂਡ ਨੂੰ 3-1 ਨਾਲ ਹਰਾ ਕੇ ਵਰਲਡ ਟੈਸਟ ਚੈਂਪੀਅਨਸ਼ਿਪ ਜਿਹੜੀ ਕਿ ਪਹਿਲੀ ਵਾਰੀ ਹੋਏਗੀ, ਪਹਿਲੀ ਵਾਰੀ ਚੱਲ ਰਹੀ ਹੈ, ਠੀਕ ਹੈ, ਉਹਦੇ ਫਾਈਨਲ ਦੇ ਵਿੱਚ ਇੰਡੀਆ ਨੇ ਆਪਦੀ ਜਗ੍ਹਾ ਬਣਾ ਲਈ ਹੈ। ਉਹ ਫਾਈਨਲ ਜੂਨ 2021 ਦੇ ਵਿੱਚ ਹੋਏਗਾ। ਕਿਹੜੇ ਮੈਦਾਨ ਤੇ ਹੋਏਗਾ? ਲੋਰਡਸ ਲੰਡਨ, ਸਾਊਥਹੈਂਪਟਨ, ਮੇਲਬੌਰਨ ਜਾਂ ਸਿਡਨੀ? ਕਿਹੜੇ ਮੈਦਾਨ ਤੇ ਹੋਏਗਾ ਜੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜੂਨ 2021 ਦੇ ਵਿੱਚ? ਸੋ ਇੱਥੇ ਅਗਰ ਤੁਸੀਂ फटाफट ए लिख रहे हो लोर्ड्स लंदन तो तुसी गलत हो। अगर ये क्वेश्चन एक हफ्ता पहला पूछा जाता तो तुसी ठीक सीगे, लेकिन ऐसे हफ्ते जिहड़ी ये न्यूज़ है वो थोड़ा जा अपडेट होके आई है कि लोर्ड्स लंदन दे विच शुरू तो पिछले 1.5 साल यही किया जा रहा सीगा कि पहली बारी वर्ल्ड टेस्ट चैंपीयनशिप हो रही है तो फाइनल मैच हाउस ऑफ द क्रिकेट जिन्होंने लोर्ड्स का मैदान कहने उत्थे होएगा। लेकिन हुण ड्यू टू COVID-19 तुहानूं पता है लंदन दे विच लॉकडाउन भी लग्या होया है तो फर्दर एक्सटेंड भी हो सकता है। तो उस करके जिहड़ा ये फाइनल मैच है ये हुण साउथहैम्पटन दे विच होएगा। साउथहैम्पटन। Which of the following country has recently passed a proposal by public referendum to ban full face covering in public places? सो इन्हां चों किहड़ी कंट्री है जिन्हें एक पब्लिक रेफरेंडम दे नाल एक बैन जिहड़ा है वो लगाया है फुल फेस कवरिंग दे उपर पब्लिक प्लेसिस दे विच? स्विट्जरलैंड, फ्रांस, सऊदी अरेबिया या यूएई? स्विट्जरलैंड ने लगाया है, फ्रांस ने लगाया है, सऊदी अरेबिया ने लगाया है या यूएई ने लगाया है? सो ये लगाया जी स्विट्जरलैंड ने। स्विट्जरलैंड ने क्या है कि फुल फेस जिहड़ी कवरिंग है ड्यू टू सिक्योरिटी परपसेस उन्होंने पब्लिक प्लेसिस ते बैन किया जाता है। इत्थे अगर आप फ्रांस की गल करिए ना तो फ्रांस ने भी सिमिलर चीज की सी 2011 दे विच। 2011 फ्रांस वाज बिकम द फर्स्ट कंट्री इन यूरोप या फ्रांस वाज बिकम द फर्स्ट कंट्री इन यूरोपियन यूनियन जिन्हें ये चीज की सीगी। लेकिन 2014 दे विच यूरोपियन जिहड़ा कोर्ट है उन्हें इनू इहदे उपर जिहड़ा है इनू रिपील करता सी, इनू खत्म करता सी। ठीक है जी। नेक्स्ट, द न्यू बुक नेम्ड डायनेस्टी टू डेमोक्रेसी authored by Anant Vijay depicted the victory of which politician in his or her Lok Sabha constituency? एक बुक लिखी गई है डायनेस्टी टू डेमोक्रेसी। डायनेस्टी टू डेमोक्रेसी बुक लिखी है अनंत विजय ने। उन्होंने इन्हां चों कि किहड़े MP दी किहड़े पॉलिटिशियन दी विक्ट्री दिखाई है आपदी कॉन्स्टिट्यूएंसी दे विच? नरेंद्र मोदी जी,
ਸਮ੍ਰਿਤੀ ਈਰਾਨੀ ਜੀ, ਪ੍ਰਿयंका ਗਾਂਧੀ ਜੀ ਜਾਂ ਰਾਹੁਲ ਗਾਂਧੀ ਜੀ, ਕਿੰਨਾ ਦੀ ਇਹ ਬੁੱਕ ਹੈ ਜਿਨ੍ਹਾਂ ਨੇ ਆਪਦੀ ਜਿਹੜੇ ਹੈ ਲੋਕ ਸਭਾ ਕਨਸਟੀਟੂਐਂਸੀ ਦੇ ਵਿੱਚ ਵਿਕਟਰੀ ਦਿਖਾਈ ਹੈ। ਸੋ आई होप ਤੁਹਾਨੂੰ ਇਹ क्वेश्चन ਆਂਦਾ ਹੋਏਗਾ, ਇੰਟਰਸਟਿੰਗ ਹੈ। ਉਹ ਹੈ ਸਮ੍ਰਿਤੀ ਈਰਾਨੀ। 2019 ਦੇ ਵਿੱਚ ਸਮ੍ਰਿਤੀ ਈਰਾਨੀ ਜੀ ਨੇ ਜਿਹੜੀ ਇੱਕ ਹੈਰੀਡਿਟਰੀ ਸੀਟ ਸੀਗੀ ਕਾਂਗਰਸ ਦੀ, ਠੀਕ ਹੈ ਜੀ, ਉੱਥੇ ਉਹਨਾਂ ਨੇ ਔਰ ਅਮੇਠੀ ਦੇ ਵਿੱਚ ਰਾਹੁਲ ਗਾਂਧੀ ਨੂੰ ਹਰਾ ਕੇ ਉਹ ਜਿਹੜੇ ਹੈ ਐਮਪੀ ਬਣੇ। ਸੋ ਉਸ ਵਿਕਟਰੀ ਨੂੰ ਦਿਖਾਉਂਦੇ ਹੋਏ ਅਨੰਤ ਵਿਜੇ ਨੇ ਇੱਕ ਬੁੱਕ ਲਿਖੀ ਹੈ ਡਾਇਨੈਸਟੀ ਟੂ ਡੈਮੋਕ੍ਰੇਸੀ। Which country has recently done a cost sharing agreement for American troops in its territory? ਇੰਪੋਰਟੈਂਟ ਕੁਐਸਚਨ ਹੈ। ਇਹਨਾਂ ਚੋਂ ਕਿਹੜੀ ਕੰਟਰੀ ਨੇ ਇੱਕ ਕੋਸਟ ਸ਼ੇਅਰਿੰਗ ਐਗਰੀਮੈਂਟ ਸਾਈਨ ਕੀਤਾ ਹੈ ਅਮਰੀਕਨ ਟਰੂਪਸ ਦਾ ਉਹਨਾਂ ਦੀ ਕੋਸਟ ਸ਼ੇਅਰਿੰਗ ਦੇ ਮਾਮਲੇ ਦੇ ਵਿੱਚ? तो ਕਿਹੜੀ ਕੰਟਰੀ ਹੈ ਜੀ ਇਹਨਾਂ ਚੋਂ? वो कंट्री है दोस्तों फटाफट 5 4 3 2 1 दी कंट्री इज साउथ कोरिया। साउथ कोरिया ते नॉर्थ कोरिया का जिहड़ा बॉर्डर है उस बॉर्डर के उपर तकरीबन 28,000 यूएस के जिहड़े ट्रूप्स है, यूएस की जिहड़ी आर्मी है वो स्टैंड बाय रहिंदी है, स्टैंड रहिंदी है। सो उन्हां दा जिहड़ा कोस्ट शेयरिंग एग्रीमेंट जिहड़ा है वो अमेरिका साउथ कोरिया ने अमेरिका नाल कीता है। Which of the following is now the integrated helpline number of all services related to Indian Railway? रेल मदद का एक नवा नंबर जारी किया गया है। किसी भी तरीके की रेल सर्विस तुहानू चाहिए है, फिर चाहे वो माल भाड़ा नाल रिलेटेड होवे, फिर चाहे वो ट्रेन की इंक्वायरी होवे, फिर चाहे वो सेफ्टी परपज होवे, सिक्योरिटी परपज होवे, या फिर वो ट्रेन की सफाई या स्टेशन की किसी कंप्लेंट नाल रिलेटेड होवे, each and every purpose will be solved by a single integrated helpline number which is known as Rail Madad and that number is 139। बाकी सारे जिहड़े नंबर सी पहला 131 हुंदा सी स्टेट वाइज, फिर 138 हुंदा सी माल भाड़े लई, 182 हुंदा सी, सब नू मर्ज करके रेल मदद लई इक्को नंबर रखा गया है दैट इज 139। नेक्स्ट इज विच ऑफ द फॉलोइंग स्टेट और यूनियन टेरिटरी हैज बिकम फर्स्ट इन कंट्री टू कम अप विद जेंडर बजट कंसेप्ट रिसेंटली? जेंडर बजट कंसेप्ट आपदे बजट दे विच लेके आने वाली इंडिया की पहली स्टेट या यूनियन टेरिटरी केड़ी बनी? झारखंड बनी, पंजाब, दिल्ली या आंध्र प्रदेश? तो इनका सही जवाब है फ्रेंड्स आंध्र प्रदेश। आंध्र प्रदेश ने तुहानू पता ही है 1 फरवरी को जो यूनियन बजट पास किया गया उस तो बाद डिफरेंट स्टेट्स उस तो बाद आपका जो बजट है डिफरेंट की हर स्टेट जो है आपका बजट पास कर दी है, आपका बजट जो है वो प्रेजेंट कर दी है। पंजाब का बजट भी इस वीक किया गया जिंदे अगर आप एक दो अगर आप मेन गल की गल करिए तो पंजाब बजट के महिलावां नू जिहड़ा इंटरनेशनल वीमेन डे का जी है वो गिफ्ट दिता गया कि उन्होंने सफर जो है पब्लिक बसिस के फ्री कर दिता गया। झारखंड के बजट की गल करिए तो झारखंड इंडिया के पहली जी स्टेट बनी जिन्हें आउटकम बेस्ड बजट जोड़ा है वो एक थीम रखी। दिल्ली की गल करिए तो दिल्ली का जो बजट सीगा उहदे विच भी काफ़ी चीज़ां जिहड़ियां है वो सराहनयोग सीगियां या डिस्कस करन वालियां सीगियां, जिवें कि उन्होंने 25% जो बजट सी 69,000 करोड़ का बजट सीगा जिहदे चों 16,500 करोड़ रुपया उन्होंने शिक्षा वास्ते रखा, एजुकेशन वास्ते रखा। फिर दिल्ली गवर्नमेंट ने कहा कि 2047 इन्होंने टारगेट लिता कि दिल्ली की पर कैपिटा इनकम किंदे इक्वल कर दी जाऊगी? सिंगापुर की पर कैपिटा इनकम दे इक्वल कर दी जाऊगी। नेक्स्ट, which country has the second rank in economic freedom index 2021 launched recently? रिसेंट दे विच एक रैंक इंडेक्स लॉन्च किया गया इकोनॉमिक फ्रीडम इंडेक्स, उहदे विच सेकंड रैंक ते किहड़ी कंट्री है? सिंगापुर, न्यूजीलैंड, स्विट्जरलैंड या इंडिया? किहड़ी कंट्री सेकंड रैंक ते जिहड़ी है वो आई? दसो फटाफट इहदा की जवाब होएगा? इहदा जवाब होएगा फ्रेंड्स न्यूजीलैंड। न्यूजीलैंड जिहड़ा है वो सेकंड रैंक ते आया। बाकी रैंक अगर आप देखिए तो रैंक रहा सिंगापुर टॉप ते, न्यूजीलैंड सैकेंड ते, ऑस्ट्रेलिया थर्ड ते, फोर्थ ते स्विट्जरलैंड ते फिफ्थ ते आयरलैंड। अगर आप इंडिया की गल करिए तो इंडिया रहा 121वें नंबर ते, इंडिया तो उपर बांग्लादेश, ट्यूनीशिया, कंबोडिया, नाइजर ते गुआना, इस भी सारा देख सकते हो। तो लास्ट ते रहा 178 ते नॉर्थ कोरिया। रैसलर बजरंग पुनिया हेल्स फ्रॉम विच स्टेट ऑफ इंडिया? बजरंग पुनिया जी की गल कर रहे थे जो आप रैसलिंग की गल की थी विनेश फोगाट के नाल। बजरंग पुनिया जिन्होंने रिसेंट के रोम के एक रैसलिंग टूरनामेंट के 65 kg कैटेगरी के गोल्ड मैडल लिता है। ही हेल्स फ्रॉम हरियाणा, हरियाणा तो बिलोंग करते हैं बजरंग पुनिया। अंशुमन सिंह हु पास्ड अवे रिसेंटली वाज द फॉर्मर गवर्नर ऑफ विच स्टेट ऑफ इंडिया? अंशुमन सिंह जिन्हों का रिसेंट के देहांत होया वो फॉर्मर गवर्नर सीगे इन्हां चों किहड़ी स्टेट दे? गुजरात, केरल, राजस्थान या उत्तराखंड?
ਕਿਹੜੀ ਸਟੇਟ ਦੇ ਗਵਰਨਰ ਸੀਗੇ? ਅੰਸ਼ੁਮਨ ਸਿੰਘ। ਦੀ ਰਾਈਟ ਆਂਸਰ ਇਜ਼ ਰਾਜਸਥਾਨ। ਰਾਜਸਥਾਨ ਦੇ ਗਵਰਨਰ ਸੀਗੇ ਅੰਸ਼ੁਮਨ ਸਿੰਘ। Who of the following has been chosen as the player of the month for February 2021 by ICC? R. Ashwin, Shabnim Ismail, T. Beaumont ਜਾਂ A ਤੇ C both? ਸੋ ਫੈਬਰਰੀ 2021 ਦੇ ਪਲੇਅਰ ਆਫ ਦੀ ਮੰਥ ਬਾਈ ICC। ਤੁਹਾਨੂੰ ਪਤਾ ਹੈ ICC ਨੇ 2021 ਦੇ ਵਿੱਚ ਪਹਿਲੀ ਵਾਰੀ ਇਹ ਇਨੀਸ਼ੀਏਟਿਵ ਲਿੱਤਾ ਹੈ, ਨਵਾਂ ਇੱਕ ਚੀਜ਼ ਸ਼ੁਰੂ ਕੀਤੀ ਹੈ ਪਲੇਅਰ ਆਫ ਦੀ ਮੰਥ ਕੱਢਣ ਦਾ। ਸੋ ਜਨਵਰੀ ਦੇ ਵਿੱਚ ਜਦੋਂ ਪਲੇਅਰ ਆਫ ਦੀ ਮੰਥ ਕੱਢਿਆ ਗਿਆ ਤਾਂ ਉਹ ਕਿਹਨਾਂ ਨੂੰ ਦਿੱਤਾ ਗਿਆ? ਰਿਸ਼ਭ ਪੰਤ, ਇੰਡੀਆ ਦੇ ਰਿਸ਼ਭ ਪੰਤ ਤੇ ਸਾਊਥ ਅਫਰੀਕਾ ਦੀ ਬੋਲਰ ਸ਼ਬਨੀਮ ਇਸਮਾਈਲ। ਤੇ ਫੈਬਰਰੀ ਦੇ ਵਿੱਚ ਜਦੋਂ ਇਹ ਲੇਟੈਸਟ ਅਗਰ ਆਪਾਂ ਕੁਐਸਚਨ ਦੀ ਗੱਲ ਕਰੀਏ ਤਾਂ ਫੈਬਰਰੀ 2021 ਦੇ ਜਿਹੜੇ ਚੁਣੇ ਗਏ ਹੈ ਰਵੀਚੰਦਰਨ ਅਸ਼ਵਿਨ, ਜਿਨ੍ਹਾਂ ਨੇ ਰੀਸੈਂਟ ਦੇ ਵਿੱਚ ਟੈਸਟ ਕ੍ਰਿਕਟ ਦੇ ਵਿੱਚ ਆਪਦੇ 400 ਵਿਕਟ ਪੂਰੇ ਕੀਤੇ, ਤੇ ਦੂਸਰੇ ਟੀ ਬਿਓਮੋਂਟ ਜੋ ਕਿ ਇੰਗਲੈਂਡ ਦੀ ਫੀਮੇਲ ਕ੍ਰਿਕਟਰ ਹੈਗੀ ਹੈ ਟੀ ਬਿਓਮੋਂਟ। The Papuan Island, which was in news recently, is located in the territory of which of the following country? ਪਪੂਆ ਆਇਰਲੈਂਡ ਇਹਨਾਂ ਚੋਂ ਜਿਹੜੇ ਨਿਊਜ਼ ਦੇ ਵਿੱਚ ਸੀਗੇ ਉਹ ਕਿਹੜੀ ਕੰਟਰੀ ਤੋਂ ਜਿਹੜੇ ਹੈ ਉਹ ਲੋਕੇਟ ਕਰਦੇ ਹੈ? ਇਹ ਆਇਰਲੈਂਡ, ਪਪੂਆ ਆਇਰਲੈਂਡ ਕਿਹੜੀ ਕੰਟਰੀ 'ਚ ਬਿਲੋਂਗ ਜਿਹੜੀ ਹੈ ਰਿਲੇਟ ਕਰਦਾ ਹੈ ਜਾਂ ਲੋਕੇਟ ਕਰਦਾ ਹੈ? इंडोनेशिया, सिंगापुर, श्रीलंका या बांग्लादेश? इंडोनेशिया, सिंगापुर, श्रीलंका या बांग्लादेश ਕਿਹੜੀ ਕੰਟਰੀ ਦੇ ਵਿੱਚ ਹੈ? ਪਪੂਆ ਆਇਰਲੈਂਡ। ਇਹ ਆਇਰਲੈਂਡ ਹੈ ਜੀ ਇੰਡੋਨੇਸ਼ੀਆ ਦੇ ਵਿੱਚ। ਇਟ ਵਾਜ਼ ਇਨ ਨਿਊਜ਼ ਬਿਕੋਜ਼ ਇੰਡੋਨੇਸ਼ੀਆ ਗਵਰਨਮੈਂਟ ਨੇ ਇਸ ਆਇਰਲੈਂਡ ਨੂੰ ਦਿੱਤਾ ਕਿਹਨਾਂ ਨੂੰ? ਇਲਨ ਮਸਕ, ਦੁਨੀਆ ਦੇ ਸਭ ਤੋਂ ਅਮੀਰ ਬੰਦੇ ਸਪੇਸ ਐਕਸ ਦੇ ਫਾਊਂਡਰ ਇਲਨ ਮਸਕ ਨੂੰ, ਕਿ ਤੁਸੀਂ ਆਪਦਾ ਸਪੇਸ ਦਾ ਕੋਈ ਨਾ ਕੋਈ ਜਿਹੜਾ ਪ੍ਰੋਜੈਕਟ ਹੈ ਉਹ ਇਸ ਆਇਰਲੈਂਡ ਤੇ ਲਗਾਓ। ਬਟ ਇਹ ਹੁਣ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਹੈ ਕਿਉਂਕਿ ਇੰਡੋਨੇਸ਼ੀਆ ਦੇ ਲੋਕਾਂ ਨੇ ਇਸ ਦੇ ਖਿਲਾਫ ਹੋ ਗਏ। ਉਹਨਾਂ ਨੂੰ ਲੱਗਿਆ ਕਿ ਸਾਡੀ ਇਸ ਚੀਜ਼ ਨਾਲ ਜਿਹੜਾ ਹੈ ਲੋਕਾਂ ਦੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਦੇ ਸਰਵਾਈਵਲ ਦਾ ਜਿਹੜਾ ਹੈ ਉਹ ਇਹ ਖਤਰਾ ਬਣੇਗਾ। ਸੋ ਤਾਂ ਕਰਕੇ ਇਹ ਨਿਊਜ਼ ਦੇ ਵਿੱਚ ਹੈ ਇੰਡੋਨੇਸ਼ੀਆ ਦਾ ਪਪੂਆ ਆਇਰਲੈਂਡ। Who has become the first serving minister to be promoted as captain of territorial army? बड़ा इंपॉर्टेंट क्वेश्चन है, बड़ा इंटरेस्टिंग क्वेश्चन है। ਇਹਨਾਂ ਚਾਰਾਂ ਚੋਂ ਕਿਰਨ ਰਿਜੀਜੂ, ਅਨੁਰਾਗ ਸਿੰਘ ਠਾਕੁਰ, ਨਿਤਿਨ ਗਡਕਰੀ ਜਾਂ ਰਾਜਨਾਥ ਸਿੰਘ, ਇਹਨਾਂ ਚਾਰਾਂ ਚੋਂ ਕਿਹੜੇ ਸਰਵਿੰਗ ਮਿਨਿਸਟਰ ਬਣੇ ਆ? ਫਸਟ ਸਰਵਿੰਗ ਮਿਨਿਸਟਰ ਜਿਨ੍ਹਾਂ ਨੂੰ ਪ੍ਰਮੋਟ ਕੀਤਾ ਗਿਆ ਐਜ਼ ਕੈਪਟਨ ਆਫ ਟੈਰੀਟੋਰੀਅਲ ਆਰਮੀ। ਜਿਸ ਤਰ੍ਹਾਂ ਮਹਿੰਦਰ ਸਿੰਘ ਧੋਨੀ ਨੂੰ ਜਿਹੜਾ ਟੈਰੀਟੋਰੀਅਲ ਆਰਮੀ ਦਾ ਕੈਪਟਨ ਬਣਾਇਆ ਹੋਇਆ, ਉਸੇ ਤਰ੍ਹਾਂ ਕਿਹੜੇ ਸਰਵਿੰਗ ਮਿਨਿਸਟਰ ਨੂੰ ਪਹਿਲੀ ਵਾਰੀ ਕੈਪਟਨ ਆਫ ਟੈਰੀਟੋਰੀਅਲ ਆਰਮੀ ਬਣਾਇਆ ਗਿਆ? ਉਹ ਮਿਨਿਸਟਰ ਹੈਗੇ ਆ ਅਨੁਰਾਗ ਸਿੰਘ ਠਾਕੁਰ। ਆ ਤੁਸੀਂ ਫੋਟੋ ਵੀ ਦੇਖ ਸਕਦੇ ਹੋ। ਜੋ ਇਹਨਾਂ ਨੂੰ ਗੁਲਦਸਤਾ ਦੇ ਰਹੇ ਆ ਉਹ ਹੈਗੇ ਓਮ ਬਿਰਲਾ, ਜਿਹੜੇ ਕਿ ਆਪਣੇ ਲੋਕ ਸਭਾ ਦੇ ਸਪੀਕਰ ਹੈਗੇ ਆ ਤੇ ਕੋਟਾ ਰਾਜਸਥਾਨ ਤੋਂ ਸੰਸਦ ਹੈਗੇ ਆ। ਅਨੁਰਾਗ ਸਿੰਘ ਠਾਕੁਰ ਨੂੰ ਆਨਰੇਰੀ ਕੈਪਟਨ ਆਫ ਟੈਰੀਟੋਰੀਅਲ ਆਰਮੀ ਦੀ ਜਿਹੜੀ ਉਪਾਧੀ ਹੈ ਉਹ ਦਿੱਤੀ ਗਈ ਹੈ। Recently, Reserve Bank of India has taken out which of the following bank from prompt corrective action? PCA, prompt corrective action ਤੋਂ ਕਿਹੜੇ ਬੈਂਕ ਨੂੰ RBI ਨੇ ਰੀਸੈਂਟ ਦੇ ਵਿੱਚ ਬਾਹਰ ਕੱਢਿਆ? ਐਕਸਿਸ ਬੈਂਕ, ਬੰਧਨ ਬੈਂਕ, ਕੈਨਰਾ ਬੈਂਕ ਜਾਂ IDBI? ਕਿਹੜੇ ਬੈਂਕ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਨੇ PCA ਤੋਂ ਬਾਹਰ ਨਿਕਾਲਿਆ? ਸੋ ਕੀ ਜਵਾਬ ਆਏਗਾ ਜੀ? ਉਹ ਬੈਂਕ ਹੈ IDBI, ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ, ਜਿਹਦੇ ਮੈਕਸਿਮਮ ਜਿਹੜਾ ਸਟੇਕ ਹੈ, ਮੈਕਸਿਮਮ ਜਿਹੜੇ ਸ਼ੇਅਰ ਹੈ ਉਹ LIC ਕੋਲੋਂ ਹੈਗੇ ਆ। ਸੋ IDBI ਬੈਂਕ ਨੂੰ PCA ਤੋਂ ਕੱਢਿਆ ਗਿਆ। PCA ਹੁੰਦਾ ਕੀ ਹੈ? ਜਦੋਂ ਵੀ ਕਿਸੇ ਬੈਂਕ ਦੀ, ਮੈਂ ਸ਼ੋਰਟ 'ਚ ਦੱਸ ਦੇਣਾ, ਤੁਸੀਂ ਪੜ੍ਹ ਸਕਦੇ ਹੋ ਸਾਹਮਣੇ, ਜਦੋਂ ਵੀ ਕਿਸੇ ਬੈਂਕ ਦੀ ਪ੍ਰੋਫਿਟੇਬਿਲਿਟੀ ਘਟਦੀ ਹੈ, ਜਦੋਂ ਵੀ ਕਿਸੇ ਬੈਂਕ ਦੇ CRAR ਇਦਾਂ ਦੇ ਜਿਹੜੇ ਰਿਜ਼ਰਵ ਰੇਸ਼ੀਓਜ਼ ਹੈ ਉਹ ਘਟਦੇ ਹੈ, ਜਦੋਂ ਵੀ ਕਿਸੇ ਬੈਂਕ ਦਾ NPA ਵੱਧਦਾ ਹੈ ਤੇ RBI ਨੂੰ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਬੈਂਕ ਖਤਰੇ 'ਚ ਆ ਸਕਦਾ ਹੈ, ਤਾਂ ਉਹ ਨਾਲ ਦੀ ਨਾਲ ਉਸ ਬੈਂਕ ਨੂੰ ਪ੍ਰੋਮਪਟ ਕਰੈਕਟਿਵ ਐਕਸ਼ਨ ਦੇ ਵਿੱਚ ਪਾ ਦਿੰਦੇ ਹੈ। ਉਸ ਦੇ ਨਾਲ ਹੀ ਕੀ ਹੋ ਜਾਂਦਾ ਹੈ? ਬੈਂਕ ਜਿਹੜਾ ਹੈ ਉਹਨਾਂ ਤੇ ਰਿਸਟ੍ਰਿਕਸ਼ਨਸ ਲੱਗ ਜਾਂਦੀਆਂ, ਸਪੈਂਡਿੰਗ ਮਨੀ ਔਨ ਓਪਨਿੰਗ ਨਿਊ ਬ੍ਰਾਂਚਿਸ, ਰਿਕਰੂਟਿੰਗ ਸਟਾਫ ਤੇ ਗਿਵਿੰਗ ਇੰਕਰੀਮੈਂਟ ਟੂ EMPLOYEES। ਸੋ PCA ਜਿਹੜਾ ਹੈ ਉਹਦੇ ਵਿੱਚ ਉਸ ਬੈਂਕ ਨੂੰ ਪਾ ਦਿੱਤਾ ਜਾਂਦਾ ਹੈ। ਅੱਜ ਦਾ ਆਪਣਾ ਲਾਸਟ ਕੁਐਸਚਨ, ਰਾਜਾ ਜੀ ਨੈਸ਼ਨਲ ਪਾਰਕ ਇਜ਼ ਲੋਕੇਟਡ ਇਨ ਵਿਚ ਆਫ ਦੀ ਫੋਲੋਇੰਗ ਸਟੇਟ ਆਫ ਇੰਡੀਆ? ਇੱਕ ਸਟੈਟਿਕ ਜੀਕੇ ਦਾ ਕੁਐਸਚਨ ਹੈ। ਰਾਜਾ ਜੀ ਨੈਸ਼ਨਲ ਪਾਰਕ ਇਹਨਾਂ ਚੋਂ ਕਿਹੜੀ ਸਟੇਟ ਦੇ ਵਿੱਚ ਲੋਕੇਟ ਕੀਤਾ ਜਾ ਸਕਦਾ ਹੈ? ਦੱਸੋ ਜੀ, ਸ਼ਾਬਾਸ਼। ਰਾਜਾ ਜੀ ਨੈਸ਼ਨਲ ਪਾਰਕ, ਤੋਂ ਰਾਜਾ ਜੀ ਨੈਸ਼ਨਲ ਪਾਰਕ ਜਿਹੜਾ ਹੈ ਉਹ ਲੋਕੇਟ ਕੀਤਾ ਜਾ ਸਕਦਾ ਹੈ ਜੀ ਉੱਤਰਾਖੰਡ ਦੇ ਵਿੱਚ। ਸੀ ਰਾਜਾ ਗੋਪਾਲਚਾਰੀ ਸੀਗੇ ਜਿਨ੍ਹਾਂ ਨੂੰ ਭਾਰਤ ਰਤਨ ਦੀ ਉਪਾਧੀ ਵੀ ਦਿੱਤੀ। ਠੀਕ ਹੈ ਜੀ। ਸੋ ਉਹਨਾਂ ਨੂੰ ਜਿਹੜਾ ਹੈ ਉਹ ਰਾਜਾ ਜੀ ਨੈਸ਼ਨਲ ਪਾਰਕ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਉਹਨਾਂ ਦੇ ਨਾਮ ਤੇ ਇਹ ਪਾਰਕ ਹੈ, ਰਾਜਾ ਜੀ ਨੈਸ਼ਨਲ ਪਾਰਕ ਉੱਤਰਾਖੰਡ ਦੇ ਵਿੱਚ। ਠੀਕ ਹੈ। ਸੋ ਇਹ ਕਿਉਂ ਕੁਐਸਚਨ ਪੁੱਛਿਆ ਗਿਆ ਸਟੈਟਿਕ ਜੀਕੇ ਦਾ ਕੁਐਸਚਨ ਉੱਤਰਾਖੰਡ ਦੇ ਵਿੱਚ? ਇਹ ਤਾਂ ਪੁੱਛਿਆ ਗਿਆ ਕਿਉਂਕਿ ਉੱਤਰਾਖੰਡ ਦੇ ਵਿੱਚ ਇੱਕ ਰਾਜਨੀਤਿਕ ਟਰਮੋਇਲ ਆਇਆ। ਉੱਤਰਾਖੰਡ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ CM 24 ਘੰਟੇ ਦੇ ਵਿੱਚ CM ਚੇਂਜ ਹੋਏ
त्रिवेंद्र सिंह रावत जी उत्थे सीएम सीगे बट काफ़ी सारे MLA उन्होंने जिहड़े मिनिस्टर्स है वो नाराज़ चल रहे सीगे उन्हां तो। सो BJP जिहड़ी कि रूलिंग पार्टी है उत्थों दी उन्होंने जिहड़ा है वो CM चेंज किया। पहला सीगे त्रिवेंद्र सिंह रावत, उन्हां दी जगह बनाया गया तीरथ सिंह रावत। सो TS रावत ही है वैसे तां। तीरथ सिंह रावत जी ਨੂੰ ਉੱਥੋਂ ਦਾ ਨਵਾਂ ਜਿਹੜਾ CM है ਉਹ ਬਣਾਇਆ ਗਿਆ ਉੱਤਰਾਖੰਡ ਦੇ ਵਿੱਚ। ਸੋ ਦੈਟਸ ਵਾਈ ਇਟ ਵਾਜ਼ ਇਨ ਨਿਊਜ਼ ਰਾਜਾ ਜੀ ਨੈਸ਼ਨਲ ਪਾਰਕ। ਸੋ ਅਗਰ ਆਪਾਂ ਇੱਥੇ ਥੋੜਾ ਜਿਹਾ ਬਾਕੀ ਗੱਲ ਕਰਦੇ ਹਾਂ, ਅਗਰ ਆਪਾਂ ਨੈਸ਼ਨਲ ਪਾਰਕ ਦੀ ਗੱਲ ਕਰ ਰਹੇ ਹਾਂ ਤਾਂ ਝਾਰਖੰਡ ਦਾ ਕੋਈ ਨੈਸ਼ਨਲ ਪਾਰਕ ਦੱਸੋ ਇੰਪੋਰਟੈਂਟ। ਬੇਤਲਾ ਨੈਸ਼ਨਲ ਪਾਰਕ, ਬੇਤਲਾ ਨੈਸ਼ਨਲ ਪਾਰਕ। ਉੜੀਸਾ ਦੀ ਗੱਲ ਕਰੀਏ, ਉੜੀਸਾ ਦਾ ਨੈਸ਼ਨਲ ਪਾਰਕ, ਉੜੀਸਾ ਦੇ ਵਿੱਚ ਦੋ ਮੇਨ ਨੈਸ਼ਨਲ ਪਾਰਕ ਹੈ, ਭੀਤਰਕਨਿਕਾ ਨੈਸ਼ਨਲ ਪਾਰਕ, ਭੀਤਰਕਨਿਕਾ ਨੈਸ਼ਨਲ ਪਾਰਕ ਤੇ ਸਿਮਲੀਪਲ ਨੈਸ਼ਨਲ ਪਾਰਕ, सिमलीपल नैशनल पार्क। हरियाणा की गल करिए तो हरियाणा के भी दो ही नैशनल पार्क है, कलेसर नैशनल पार्क ते सुल्तानपुर नैशनल पार्क। ये दो नैशनल पार्क हरियाणा के दो ही है, दोनों इंपोर्टेंट। ओके है जी। सो फ्रेंड्स एज ए नाल ही अपने 40 क्वेश्चन जिहड़े है वो खत्म होंगे है। तुसी आप आपदा स्कोर जिहड़ा है वो कैलकुलेट करो, चैट दे विच दसो, कमेंट बॉक्स दे विच दसो। अगर नहीं दसना तो मैं जिहड़ा तुहानूं दस्सिया सीगा @ अजय सिडाना 87 ये टैलीग्राम ID है। इस ID के उपर तुसी जिहड़ा है मैनू मैसेज कर सकते हो, कोई भी गाइडेंस चाहिए है, कुछ भी पूछना है तो तुसी इत्थे जिहड़ा है वो कर सकते हो। फिर जिहड़ा है 40 क्वेश्चन 40 मार्क्स चों आपदा जिहड़ा स्कोर है उन्होंने कमेंट करो। तो उस तो बाद मैं 2 मिनट थोड़े लाऊंगा, लैक्चर हजे खत्म नहीं होया, कि जिस तरह के क्वेश्चन है इन्हों तुसी किवें प्रिपेयर कर सकते हो। ये वैसे मैं लैक्चर के विच ऑलरेडी दस चुकिया कि करंट अफेयर कदे रातों रात नहीं होंगे। 180 दिनों का काम या 360 दिनों का काम 360 जिहड़े मिनट है उन्होंने नहीं हो सकता। कोई भी तुसी मैगजीन लै लैंदे हो अच्छी गल है, लेकिन उन्होंने रैगूलर पढ़ो तां ही उनका बेनीफिट है। अदरवाइज तुसी अगर मान लो पेपर तो 2 दिन पहला करंट अफेयर पढ़ना चाहो तो वो नहीं हो पाएंगे, वो थोड़ी तैयारी में बहुत ज़्यादा सफ़र करेंगे। करंट अफेयर जो भी तुसी कोई एग्जाम क्लीयर करना है तो सब तो पहला मोटिव यही है, तुसी करंट अफेयर नूं सब तो पहला जो उनका टास्क है वो यही है कि तुसी करंट अफेयर नूं रैगूलर तौर पर पढ़ो ताकि थोड़ी जी जनरल नॉलेज है उनके प्रॉपर जोड़ा है वो इफैक्ट जोड़ा वो पॉजिटिव इफैक्ट उनके होवे। फिर अगर तुसी जिहड़ा है वो गल करिए साडे नाल करना चाहते हो तो यू आर मोस्ट वेलकम। तुसी रेस अकैडमी की ऑफिशियल ऐप नूं डाउनलोड करो, रेस अकैडमी ऑफिशियल, उत्थे स्टोर दे विच जाओ, तरह तरह के कोर्सिज अवेलेबल है बड़े ही नॉमिनल प्राइस ते। हुण तां वैसे भी जिहड़ा आ मंथ है उहदे ते 75% डिस्काउंट चल रहा है। सो तुसी बहुत ही नॉमिनल चार्जिस ते डिफरेंट कोर्सिज लै सकते हो। अगर तुसी मेरा सिर्फ जिहड़ा है करंट अफेयर का कोर्स लेना चाहते हो तो रोज़ ईवनिंग 8 बजे क्लास आती है, संडे नूं छड्ड के संडे की क्लास यूट्यूब पर होंदी है। सो तुसी वो कोर्स जिहड़ा है वो परचेज उत्थों कर सकते हो। एक बारी रेस अकैडमी ऑफिशियल जिहड़ी ऐप है उन्होंने जरूर डाउनलोड करो। उत्थे जिहड़ा कंटेंट करवाया जाता है डेली तौर पर, अगर आप कहिए उत्थे आपां जिहड़ा है लेटेस्ट करंट अफेयर करते हैं एंड जिहड़ा है पिछले 12 महीनों का करंट अफेयर भी टॉपिक वाइज जिहड़ा है पॉलिटी रिलेटेड इशूज़, नैशनल इंटरनैशनल साइंस एंड टैक्नोलॉजी एनवायरनमेंट, जिस तरह थोड़ा आ वाला लैक्चर होंदा है उस तरह डेली तौर पर डिटेल दे विच सब कुछ उत्थे करवाया जाता है। ओके फ्रेंड्स, थैंक यू सो मच। फिर मिलते हैं थोड़े नाल नैक्सट संडे नूं यूट्यूब ते कल 8 बजे मिलते हैं आप रेस अकैडमी ऑफिशियल ऐप पे। थैंक यू सो मच, मीट यू, गॉड ब्लैस यू, थैंक यू सो मच।